ਸਾਹਿਬ ਜੀਓ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਹਿਰਦੈ ਧਿਆਵਾ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੀਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਾਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨੋ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਦੋਹਰਾ। ਨਿਸਾਬਤੀ ਪੁਨ ਪ੍ਰਾਤ ਪੀ ਸ਼ਾਹੋ ਬਾਕ ਕਹਿ ਦੀਨ। ਬਜੇ ਨਗਾਰੇ ਕੂਚ ਕੇ ਸੁਧ ਸਭੂ ਸੁਨ ਲੀਨ। ਨਿਸਾਬਤੀ ਪੁਨ ਪ੍ਰਾਤ ਪੀ ਸ਼ਾਹੋ ਬਾਕ ਕਹਿ ਦੀਨ। ਬਜੇ ਨਗਾਰੇ ਕੂਚ ਕੇ ਸੁਧ ਸਭੂ ਸੁਨ ਲੀਨ। ਨਿਸਾਬਤੀ ਪੁਨ ਪ੍ਰਾਤ ਪੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਦੀ ਦਾਤ ਬਖਸ਼ਣ ਵਾਲੇ
ਮਿਲੀ ਹੋਈ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ, ਔਗੁਣੀ ਭਰਪੂਰ ਨੂੰ ਗੁਣੀ ਭਰਪੂਰ ਬਣਾਉਣ ਵਾਲੇ, ਮਲੀਨਤਾ ਤੋਂ ਸ਼ੁੱਧਤਾ ਦੀ ਦਾਤ ਬਖਸ਼ਣ ਵਾਲੇ, ਵਿਕਾਰੀ ਤੋਂ ਪਰਪਕਾਰੀ ਬਣਾਉਣ ਵਾਲੇ, ਜੁਗ ਜੁਗ ਅਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਗਰੀਬ ਨਿਵਾਜ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਖਾਲਸੇ ਪੰਥ ਦੀ ਔਰ ਸਾਡੇ ਮਾਤ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੀ ਗੋਦ ਦਾ ਨਿੱਘ ਮਾਣਨ ਲਈ ਆਪਾਂ ਸਤ ਸੰਗਤ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਤਨ ਦੀ ਖੁਰਾਕ ਜਿਤਨੇ ਵੀ ਤੁਰਨ ਫਿਰਨ ਵਾਲੇ ਪਸ਼ੂ ਪੰਛੀ ਨੇ, ਮਨੁੱਖ ਨੇ, ਬੱਚੇ ਤੋਂ ਲੈ ਬਜ਼ੁਰਗ ਤਿੱਕਰ ਸਭਨਾਂ ਨੂੰ ਚਾਹੀਦੀ ਔਰ ਸਭਨਾਂ ਨੇ ਇਸ ਖੁਰਾਕ ਨੂੰ ਆਮ ਜੀ ਗੱਲ ਹੈ ਸਾਰੇ ਹੀ ਪ੍ਰਾਪਤ ਕਰਦੇ ਨੇ, ਛਕਦੇ ਨੇ, ਲੈਂਦੇ ਨੇ। ਪਾਗਲ ਨੂੰ ਭਾਵੇਂ ਕੁਝ ਵੀ ਨਹੀਂ ਪਤਾ, ਪਰ ਤਨ ਦੀ ਖੁਰਾਕ ਪਾਗਲ ਵੀ ਖਾਂਦਾ ਹੈ, ਬਾਕੀ ਨਹੀਂ ਪਤਾ। ਇਹ ਆਤਮਕ ਦੀ ਖੁਰਾਕ ਹੈ। ਬ੍ਰਹਮ ਗਿਆਨੀ ਕਾ ਭੋਜਨ ਜਿਹੜਾ ਨਾ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰਨ ਲੱਗੇ, ਮਾਤਾ ਤ੍ਰਿਪਤਾ ਜੀ ਆਏ, ਭਾਈ ਮਰਦਾਨੇ ਨੂੰ ਕਹਿਣ ਲੱਗੇ ਹੱਥ ਜੋੜ ਕੇ, ਮਰਦਾਨਿਆ ਮੇਰੇ ਪੁੱਤ ਨੂੰ ਤੂੰ ਭੁੱਖਾ ਨਾ ਰੱਖੀ। ਮਰਦਾਨਾ ਜੀ ਕਹਿਣ ਲੱਗੇ ਮਾਤਾ ਤੁਸੀਂ ਮੇਰੀ ਜਜਮਾਨ ਹੋ, ਅਸੀਂ ਤੁਹਾਡਾ ਦਿੱਤਾ ਤੇ ਖਾਂਦੇ ਆ, ਪ੍ਰਸ਼ਾਦਾ ਵੀ ਤੁਹਾਡੇ ਘਰੋਂ, ਕੱਪੜੇ ਵੀ ਤੁਹਾਡੇ ਘਰੋਂ, ਧਨ ਵੀ ਤੁਹਾਡੇ ਕੋਲੋਂ, ਸਾਡੀ ਜ਼ਿੰਦਗੀ ਦੀਆਂ ਜਿੰਨੀਆਂ ਲੋੜਾਂ ਨੇ ਤੁਸੀਂ ਤਾਂ ਪੂਰੀਆਂ ਕਰਦੇ ਹੋ। ਮੇਰਾ ਔਰ ਮੇਰੀਆਂ ਜ਼ਰੂਰਤਾਂ, ਮੇਰੀ ਭੁੱਖ ਅੱਜ ਜਿਸ ਗੁਰੂ ਨਾਨਕ ਸਾਹਿਬ ਨਾਲ ਮੈਂ ਤੁਰ ਰਿਹਾ ਹਾਂ ਇਹਨਾਂ ਨੇ ਪੂਰੀਆਂ ਕਰਨੀਆਂ ਨੇ। ਤੇ ਤੁਸੀਂ ਮਾਤਾ ਜੀ ਮੇਰੇ ਅੱਗੇ ਹੱਥ ਜੋੜ ਕੇ ਖੜੇ ਹੋ ਵੀ ਮੇਰੇ ਪੁੱਤ ਨੂੰ ਭੁੱਖਾ ਨਾ ਰੱਖਿਓ। ਮਾਤਾ ਜੀ ਨੇ ਫਿਰ ਕਿਹਾ ਪੁੱਤ ਮੇਰੇ ਪੁੱਤ ਨੂੰ ਭੁੱਖਾ ਨਹੀਂ ਰੱਖਣਾ। ਭਾਈ ਮਰਦਾਨਾ ਜੀ ਕਹਿੰਦੇ ਮਾਂ ਮੈਂ ਕੌਣ ਹਾਂ ਰਜਾਉਣ ਵਾਲਾ, ਇਹ ਜਦੋਂ ਮੈਨੂੰ ਰੋਟੀ ਦੇਣਗੇ ਮੈਂ ਬਾਅਦ ਵਿੱਚ ਖਾਵਾਂਗਾ, ਪਹਿਲਾਂ ਇਹਨਾਂ ਨੂੰ ਛਕਾਵਾਂ ਕਰਾਂਗਾ। ਤੇ ਮਾਤ ਜੀ ਕਹਿਣ ਲੱਗੇ ਨਹੀਂ ਪੁੱਤ, ਮੇਰੇ ਪੁੱਤ ਨੂੰ ਨਾ ਕੱਪੜਿਆਂ ਦੀ ਭੁੱਖ ਏ, ਨਾ ਪ੍ਰਸ਼ਾਦੇ ਦੀ, ਨਾ ਕੋਈ ਖਾਣ ਪੀਣ ਦੀ। ਮੇਰੇ ਪੁੱਤ ਨੂੰ ਇਹ ਭੁੱਖ ਦਾ ਕੋਈ ਦੁੱਖ ਨਹੀਂ ਗਾ ਤੇ ਭੁੱਖ ਲੱਗਦੀ ਨਹੀਂ। ਮੇਰੇ ਪੁੱਤ ਨੂੰ ਜਦ ਵੀ ਭੁੱਖ ਲੱਗਦੀ ਉਹਨੂੰ ਕੀਰਤਨ ਦੀ ਲੱਗਦੀ ਏ। ਤੇ ਮਰਦਾਨਿਆ ਮੈਂ ਤਾਂ ਕਹਿ ਰਹੀ ਹਾਂ ਕਿਤੇ ਕੀਰਤਨ ਤੋਂ ਨਾ ਕਰੀ। ਮੇਰੇ ਪੁੱਤ ਦਾ ਰਾਜ ਔਰ ਤ੍ਰਿਪਤੀ ਕੇਵਲ ਕੀਰਤਨ ਹੈ ਤੇ ਉਹ ਕੀਰਤਨ ਹੈ ਤੇਰੇ ਕੋਲ। ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਮੇਰਾ ਪੁੱਤ ਕਿਤੇ ਕੀਰਤਨ ਤੋਂ ਬਿਨਾਂ ਭੁੱਖਾ ਨਾ ਰਵੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਸਾਚੇ ਨਾਮ ਕੀ ਲਾਗੈ ਭੂਖ। ਇਹ ਲੱਗਦੀ ਨਹੀਂ, ਬਹੁਤ ਔਖੀ ਲੱਗਦੀ ਹੈ, ਬਹੁਤ ਔਖੀ। ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗ ਜਾਣੀ ਉਤੇ ਪਰਮੇਸ਼ਰ ਨੂੰ ਮਿਲ ਜਾਣਾ ਹੈ ਨਾ। ਸੂਰਜ ਦਾ ਚੜ ਜਾਣਾ ਹੀ ਤੇ ਰੌਸ਼ਨੀ ਦਾ ਆ ਜਾਣਾ ਹੈ ਨਾ। ਜੇ ਸੂਰਜ ਹੀ ਨਹੀਂ ਚੜਿਆ ਤੇ ਰੌਸ਼ਨੀ ਕਦ ਆਏਗੀ।
ਜੇ ਭੁੱਖ ਹੀ ਨਹੀਂ ਲੱਗੀ ਤੇ ਪਰਮਾਤਮਾ ਦਾ ਮਿਲਾਪ ਕਿਵੇਂ ਹੈ? ਉਤ ਭੁੱਖ ਹੈ। ਮਹਾਰਾਜ ਕਹਿੰਦੇ ਨੇ ਉਹ ਭੁੱਖ ਲੱਗ ਜਾਏ ਤੇ ਸਾਰੇ ਦੁੱਖ ਗਏ, ਪਰ ਲੱਗਦੀ ਨਹੀਂ। ਪ੍ਰਸ਼ਾਦੇ ਦੀ ਲੱਗਦੀ ਆ, ਖਾਣ ਪੀਣ ਦੀ ਲੱਗਦੀ ਏ, ਇਹ ਤੇ ਨੋਰਮਲ ਜੀ ਗੱਲ ਹੈ। ਇਹ ਲੱਗਦੀ ਵਡਭਾਗਿਆਂ ਨੂੰ, ਕਰਮਾਂ ਵਾਲਿਆਂ ਨੂੰ ਵੀ ਨਾਮ ਦੀ ਵੀ ਭੁੱਖ ਲੱਗਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਕਰਨ, ਇਹ ਭੁੱਖ ਮੰਗੀਏ। ਜਿਵੇਂ ਹੱਥ ਜੋੜ ਜੋੜ ਕੇ ਸੁੱਖ ਮੰਗੇ ਨੇ, ਇਹ ਮੰਗੀਏ ਮਹਾਰਾਜ ਇਹਦੀ ਵੀ ਭੁੱਖ ਲੱਗੇ। ਕਿੰਨਾ ਕੁਝ ਲੈਣ ਲਈ ਅਰਦਾਸਾਂ ਕਰਦੇ ਹਾਂ। ਮੈਂ ਤੁਹਾਡੇ ਵਿੱਚ ਹਾਂ, ਪਦਾਰਥ ਲੈਣ ਲਈ ਅਰਦਾਸਾਂ ਕਰਦੇ ਹਾਂ, ਸੁੱਖ ਲੈਣ ਲਈ ਅਰਦਾਸਾਂ ਬੇਨਤ ਕਰਦੇ ਹਾਂ। ਕਈ ਦੇਸ਼ ਤੋਂ ਵਿਦੇਸ਼ ਆਉਣ ਲਈ ਮੇਰੇ ਵਰਗੇ ਬੇਅੰਤ ਅਰਦਾਸਾਂ ਕਰਦੇ ਨੇ, ਬੜੇ ਰੱਬ ਅੱਗੇ ਅਰਜ਼ੋਈਆਂ ਕਰਦੇ ਨੇ। ਜਿਹੜੇ ਇੱਥੇ ਵੀ ਕਿਤੇ ਬੰਨੇ ਨਹੀਂ ਲੱਗੇ, ਉਹ ਵੀ ਪਰਮੇਸ਼ਰ ਅੱਗੇ ਰਾਤ ਪਰਤਨ ਬੇਨਤੀਆਂ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਇੰਡੀਆ ਨਾ ਭੇਜਿਓ, ਇੱਥੇ ਰੱਖ ਲਓ। ਜ਼ਰੂਰਤਾਂ ਨੇ ਨਾ ਤਨ ਦੀਆਂ, ਇਹਦੇ ਨਾਲੋਂ 100 ਗੁਣਾ ਵੱਧ ਮੈਂ ਸਮਝਣਾ ਜੇ ਬੇਨਤੀਆਂ ਕਰੀਏ ਦਾਤੇ ਨੂੰ ਤੇ ਕਿਤੇ ਉਹਦੀ ਥੋੜ੍ਹੀ ਥੋੜ੍ਹੀ ਭੁੱਖ ਲੱਗਣੀ ਸ਼ੁਰੂ ਹੁੰਦੀ। ਇਹਦੇ ਨਾਲੋਂ 100 ਗੁਣਾ ਜ਼ਿਆਦੀਆਂ ਬੇਨਤੀਆਂ, ਜ਼ਿਆਦੀਆਂ ਅਰਦਾਸਾਂ, ਹੋਰ ਸੁੱਖ ਸਹੂਲਤਾਂ ਲਈ ਜਿੰਨੀਆਂ ਅਰਦਾਸਾਂ ਕਰਨੀਆਂ ਇਹਦੇ ਨਾਲੋਂ ਵੱਧ। ਤੇ ਫਿਰ ਕਿਧਰੇ ਗਰੀਬ ਨਵਾਜ਼ ਖੁਸ਼ ਹੋ ਕੇ ਥੋੜ੍ਹੀ ਜਿਹੀ ਭੁੱਖ ਲਾਉਂਦਾ ਹੈ, ਥੋੜ੍ਹੀ ਜਿਹੀ। ਸ੍ਰੀ ਹਰਿਮੰਦਰ ਸਾਹਿਬ ਬਜ਼ੁਰਗ ਇੱਕ ਬੈਠਦੇ ਨੇ, ਉਹ ਜਦੋਂ ਮੰਜੀ ਹਾਲ ਦੀਵਾਨ ਹਾਲ ਤੋਂ ਤੁਸੀਂ ਅੰਦਰ ਨੂੰ ਐਂਟਰ ਕਰੋਗੇ ਤੇ ਕੋਈ ਆਪਣਾ ਰਿਸ਼ਤੇਦਾਰ ਤੇ ਉਹਨੂੰ ਪੁੱਛ ਲਿਓ, ਉਹਨੂੰ ਮਿਲ ਪੈਣਗੇ। ਬਜ਼ੁਰਗ ਨੇ, ਉਹ 70-75 ਸਾਲ ਦੇ ਹੋਣਗੇ, ਚੌਂਕੜਾ ਮਾਰ ਕੇ ਬੈਠੇ ਹੁੰਦੇ ਨੇ, ਉਹ ਖੂੰਡੀ ਨਾਲ ਤੁਰਦੇ ਨੇ। ਰਿਟਾਇਰਡ ਤਹਿਸੀਲਦਾਰ ਨੇ ਉਹ ਚੰਡੀਗੜ੍ਹ ਦੇ। ਮੈਂ ਉਹਨਾਂ ਨੂੰ 8-10 ਸਾਲ ਤੋਂ ਜਾਣਦਾ। ਉਹ ਜੈਨੀ ਪੈਨਸ਼ਨ ਮਿਲਦੀ ਏ, ਅੱਧੀ ਘਰੇ ਦੇ ਕੇ ਅੱਧੀ ਸ੍ਰੀ ਦਰਬਾਰ ਸਾਹਿਬ ਜਦੋਂ ਐਂਟਰ ਕਰਦੇ ਉੱਥੇ ਨਾਲ ਹੀ ਸੱਜੇ ਖੱਬੇ ਬੈਠੇ ਹੁੰਦੇ ਨੇ, ਜਾਂ ਜਿੱਥੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਉਹਦੇ ਨਾਲ ਬੈਠੇ ਹੁੰਦੇ ਨੇ। ਥੱਲੇ ਅਗਾਂਹ ਨਹੀਂ ਵੱਧਦੇ, ਉਸ ਤੋਂ ਪਿੱਛੇ ਹੀ ਹੁੰਦੇ ਨੇ। ਕਦੀ ਬਿਸਕੁਟ, ਕਦੀ ਟੌਫੀਆਂ, ਕਦੀ ਲੱਡੂ, ਕਦੀ ਕੀ। 15 ਦਿਨ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਰਹਿਣਾ, ਪ੍ਰਸ਼ਾਦਾ ਮੁੱਲ ਦਾ ਛਕਣਾ। 15 ਦਿਨ ਘਰੇ, ਅੱਧੀ ਤਨਖਾਹ ਇੱਥੇ ਤੇ ਅੱਧੀ ਘਰੇ। ਪਤਾ ਨਹੀਂ ਕਿੰਨੀਆਂ ਅਰਦਾਸਾਂ ਹੋਣਗੀਆਂ। ਬਜ਼ੁਰਗ ਅਵਸਥਾ ਹੈ, ਫਿਰ ਵੀ ਉੱਥੇ ਬੈਠ ਕੇ ਨਾਲ ਕੀਰਤਨ ਸੁਣਦੇ ਨੇ, ਨਾਲੇ ਕੁਝ ਨਾ ਕੁਝ ਵੰਡੀ ਆਉਂਦੇ ਨੇ। ਇਹ ਉਹਦੀ ਅਪਾਰ ਕਿਰਪਾ ਦੀ ਇੱਕ ਨਿਸ਼ਾਨੀ ਹੈ। ਐਸੇ ਵੀ ਪਿਆਰੇ ਹੋਣਗੇ ਮੇਰੇ ਵਰਗੇ, ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਨਗਰੀ 'ਚ ਰਹਿੰਦਿਆਂ ਹੋਇਆਂ ਵੀ ਪਤਾ ਨਹੀਂ 6 ਮਹੀਨੇ ਕਿ ਮਹੀਨੇ ਬਾਅਦ ਮੱਥਾ ਟੇਕਣ ਆਉਂਦੇ ਹੋਣਗੇ। ਅਰਦਾਸਾਂ ਜਦ ਦਾਤਾ ਮੇਰਾ ਸੁਣਦਾ ਹੈ, ਉਦੋਂ ਫਿਰ ਆਪਣੇ ਨਜ਼ਦੀਕ ਲੈ ਆਉਂਦਾ। ਹੁਣ ਤੇ ਕੋਲ ਬੈਠਣਾ ਆਪਾਂ ਨੂੰ, ਮੈਨੂੰ ਵੀ ਔਖਾ ਲੱਗਦਾ ਹੈ ਵੀ 2 ਘੰਟਾ ਮਹਾਰਾਜ ਸਾਹਿਬ ਦੇ ਚਰਨਾਂ 'ਚ ਬੈਠੀਏ। ਕਠਿਨ ਕੰਮ ਹੈ, ਕਿਉਂਕਿ ਬਹਿੰਦਿਆਂ ਨਾਲ ਹੀ ਭਗਤੀ ਸ਼ੁਰੂ ਹੋਈ। ਸੰਗਤ ਵਿੱਚ ਆ ਗਏ ਤੇ ਭਗਤੀ ਆਰੰਭ ਹੋ ਗਈ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸੋਠ ਰਾਗ 'ਚ ਬੜਾ ਲੰਬਾ ਸ਼ਬਦ ਉਚਾਰਿਆ ਵੀ ਕੋਈ ਨਗਨ ਫਿਰਿਓ ਬਨ ਮਾਹੀ, ਕੋਈ ਜੰਗਲਾਂ 'ਚ ਤੁਰੇ, ਤਰ ਤੇਸਾ ਧਰਤੀ ਭਰਮਿਓ ਦੁਬਦਾ ਛੁਟਕਾ ਨਾਹੀਂ। ਮਹਾਰਾਜ ਕਹਿੰਦੇ
ਪੂਰਚਾ ਅਰਚਾ ਡਡੌਤ ਬੰਧਨ ਖਟ ਕਰ ਮਾਰਤ ਰਹਿਤਾ। ਵੇ ਕੋਈ ਧਰਤੀ ਦਾ ਰਟਨ ਕਰੇ, ਕੋਈ ਨੰਗਾ ਰਵੇ, ਕੋਈ ਪੂਜਾ ਅਰਚਾ ਕਰੇ। ਸਾਹਿਬ ਜੀ ਕਹਿਣ ਲੱਗੇ ਨਾ ਸਾਰਿਆਂ ਤੋਂ ਸ੍ਰੇਸ਼ਟ ਤੇ ਉਤਮ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਮਹਾਰਾਜ ਨੇ 5-7 ਗੁਣ ਆਏ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਾ ਸਾਰਿਆਂ ਤੋਂ ਸ਼੍ਰੋਮਣੀ ਹੈ ਸੰਗਤ ਜਿਹੜੀ ਆਪਾਂ ਕਰਦੇ ਹਾਂ। ਵੀ ਜਦੋਂ ਬੈਠ ਗਏ ਭਗਤੀ ਸ਼ੁਰੂ, ਭਾਵੇਂ ਆਪਾਂ ਭਗਤੀ ਕਰ ਰਹੇ ਨਹੀਂ ਹੁੰਦੇ, ਗੁਰੂ ਕੇ ਦਰਸ਼ਨ ਕਰ ਰਹੇ ਹਾਂ, ਬਾਣੀ ਸੁਣ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕਥਾ ਸੁਣ ਰਹੇ ਹਾਂ, ਭਗਤੀ ਸ਼ੁਰੂ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਹਿਣਾ। ਜਿੰਨੇ ਵੱਡੇ ਭਾਗ ਨੇ ਪ੍ਰਾਪਤ ਕਰਦਾ ਹੈ। ਔਰ ਇਹ ਨਿਸ਼ਾਨੀ ਹੈ ਆਪਣੀ ਨਜ਼ਦੀਕੀ ਦੇ ਦੇਣੀ। ਤੇ ਔਰ ਮਨ ਵਿੱਚ ਇਹ ਬਣਿਆ ਰਹਿਣਾ, ਮੈਂ ਦਾਤੇ ਦੇ ਦਰਸ਼ਨ ਨਹੀਂ ਕੀਤੇ, 2-4 ਦਿਨ ਹੋ ਗਏ ਨੇ, ਹਫ਼ਤਾ ਹੋ ਗਿਆ। ਬਸ ਇਹੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਿਆਰ ਹੈ। ਆਓ, ਆਤਮਾ ਦੀ ਖੁਰਾਕ ਹੈ ਕਥਾ ਤੇ ਕੀਰਤਨ, ਤਨ ਦੀ ਨਹੀਂ। ਪ੍ਰਭੂ ਭਗਤੀ ਆਤਮਾ ਦੀ ਖੁਰਾਕ ਹੈ। ਤੁਸੀਂ ਵੇਖਿਓ ਪੁਰਾਣੇ ਬਜ਼ੁਰਗ ਬੈਠੇ ਨੇ, ਬੱਚਾ ਡਰਦਾ ਹੋਵੇ, ਕੋਈ ਵੀ ਕਿਸੇ ਨੂੰ ਡਰ ਲੱਗਦਾ ਹੋਵੇ, ਤੇ ਅੱਜ ਵੀ ਤੁਸੀਂ ਕੀਰਤਨ ਸੋਹਲੇ ਦੇ 5 ਪਾਠ ਰਾਤ ਨੂੰ ਕਰ ਲਓ, ਚੌਪਈ ਸਾਹਿਬ ਦੇ 5 ਪਾਠ ਕਰ ਲਓ, ਡਰ ਨਹੀਂ ਲੱਗੇਗਾ। ਇਹ ਤਨ ਦਾ ਤਨ ਤੇ ਡਰਦਾ ਹੀ ਨਹੀਂਗਾ ਕਿਸੇ ਕੋਲੋਂ, ਮਨ ਡਰਦਾ ਹੈ। ਤੇ ਬਾਣੀ ਪੜ੍ਹ ਲਵੋ, ਉਹ ਆਤਮਾ ਬਲਵਾਨ ਹੋ ਜਾਂਦੀ ਹੈ ਬਾਣੀ ਨਾਲ, ਡਰ ਖਤਮ ਹੋ ਜਾਂਦਾ। ਬਸ ਕੁਝ ਵੀ ਨਹੀਂ। ਬੱਚਾ ਨਹੀਂ ਡਰਦਾ, ਛੋਟਾ ਕਿਸੇ ਤੋਂ ਨਹੀਂ ਡਰਦਾ, ਕਿਸੇ ਚੀਜ਼ ਤੋਂ ਵੀ ਨਹੀਂ ਡਰਦਾ। ਆਤਮਾ ਬਲਵਾਨ ਹੀ ਹੁੰਦੀ, ਮਨ ਹੁੰਦਾ ਕਮਜ਼ੋਰ ਹੈ, ਤੇ ਆਤਮਾ ਤੁਰੀ ਜਾਂਦੀ ਸੱਪ ਫੜ ਲੈਂਦੀ, ਕੁਝ ਨਹੀਂ। ਕੀਰਤਨ ਸੋਲਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਤੇ ਕਈ ਵਾਰੀ ਹੁੰਦਾ ਸੀ ਆਪਣੇ ਪਿੰਡਾਂ 'ਚ, ਜਦੋਂ ਕਿਸੇ ਨੇ ਬੀਆਬਾਨ 'ਚ ਇਕੱਲੇ ਨੇ ਲੰਘਣਾ ਤੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਣਾ। ਵੀ ਇਕੱਲੇ ਲੰਘ ਰਹੇ, ਡਰ ਲੱਗਦਾ, ਵਾਹਿਗੁਰੂ ਵਾਹਿਗੁਰੂ। ਹੁਣ ਵਾਹਿਗੁਰੂ ਵਾਹਿਗੁਰੂ ਇੱਕ ਸ਼ਕਤੀ ਹੈ, ਆਤਮਾ ਦੀ ਤਾਕਤ ਹੈ। ਤੇ ਮਨੁੱਖ ਜਦੋਂ ਉਹਨੂੰ ਜਪਦਾ ਸੀ ਤੇ ਉਹਦਾ ਅੰਦਰ ਬਲਵਾਨ ਹੁੰਦਾ। ਇਹ ਆਤਮਾ ਦੀ ਖੁਰਾਕ ਹੈ, ਭਜਨ ਕੀਰਤਨ ਬੰਦਗੀ, ਤਨ ਦੀ ਨਹੀਂ ਗੀ। ਤਨ ਦਾ ਪ੍ਰਸ਼ਾਦਾ ਹੈ। ਗੁਰੂ ਕਿਰਪਾ ਕਰੇ ਆਪਾਂ ਆਤਮਾ ਦੀ ਖੁਰਾਕ ਲੈਣ ਲਈ ਜੁੜ ਬੈਠੇ ਹਾਂ। ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਕੀਰਤਨ ਆਪ ਸਤਿਕਾਰਯੋਗ ਬਾਬਾ ਰਜਿੰਦਰ ਸਿੰਘ ਜੀ ਸਤਿਪੁਰਖਾਂ ਪਾਸੋਂ ਸਰਵਣ ਕੀਤਾ ਹੈ। ਆਓ, ਸ਼ਹੀਦਾਂ ਦੇ ਸਰਤਾਜ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਲ ਜੋਨ ਗਰਭ ਨਹੀਂ ਆਇਓ। ਐਸੀ ਦਿਆਲੋ ਕਿਰਪਾਲੂ ਮਿਹਰਬਾਨ ਸਾਈਂ, ਬੇਅੰਤ ਬਖਸ਼ਿਸ਼ਾਂ ਸਾਨੂੰ ਦਿੱਤੀਆਂ ਨੇ। ਜਿੱਥੇ ਸਾਨੂੰ ਬਖਸ਼ਿਸ਼ਾਂ ਬੇਅੰਤ ਨਿਵਾਜਿਆ ਦੇ ਕੇ, ਉੱਥੇ ਤਸਈਏ ਵੀ ਮੇਰੇ ਮਾਲਕ ਨੇ ਬੇਅੰਤ ਸਹੀ ਨੇ ਤਨ ਤੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਾਂ ਸ਼ਹਾਦਤ ਦੇ ਪ੍ਰਸੰਗ ਸਰਵਣ ਕਰ ਰਹੇ ਹਾਂ। ਸੱਚੇ ਪਾਤਸ਼ਾਹ ਜਿਵੇਂ ਮਾਂ ਬੱਚੇ ਨੂੰ ਸੁੱਕੇ ਤੇ ਪਾ ਕੇ ਆਪ ਗਿੱਲੇ ਤੇ ਸੌਂਦੀ ਏ, ਮੇਰੇ ਦਾਤਾ ਗੁਰੂ ਅਰਜਨ ਸਾਹਿਬ ਮਹਾਰਾਜ ਅਵਲੋਕਾਈ ਨੂੰ ਸੁੱਖ ਦਾ ਸੁੱਖ ਦੇਣ ਲਈ ਆਪ ਤਤੀ ਤਵੀ ਤੇ ਪੈ ਗਏ ਨੇ। ਬੇਅੰਤ ਸਹੀ ਹੈ ਮੇਰੇ ਸਾਹਿਬ ਨੇ, ਸਹੀ ਨੇ। ਆਪ ਅਸੀਸ ਪ੍ਰਦਾਨ ਕਰਿਓ। ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦਇਆ ਬਖਸ਼ਿਸ਼ ਕਰਨ। ਆਪ ਸਮੂਹ ਸੰਗਤਾਂ ਦੇ ਚਰਨਾਂ ਦੇ ਸਿਰ ਰੱਖ ਕੇ ਫਤਿਹ ਅਰਜ ਕਰਦਾ ਹਾਂ। ਆਪ ਜੀ ਨੇ ਦਇਆ ਦ੍ਰਿਸ਼ਟੀ ਕਰਨੀ। ਸਾਹਿਬ ਮੇਰੇ ਮਾਲਕ ਦੀ ਵਡਿਆਈ ਹਿਰਦੇ ਭਾਵਨਾ ਸ਼ਰਧਾ ਨਾਲ ਆਪਾਂ ਜੁੜ ਮਿਲ ਕੇ ਕਰ ਸਕੀਏ। ਕੁਝ ਕਹਿਣ ਦੀ ਆਗਿਆ ਬਖਸ਼ੋ। ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਦੋਹਰਾ ਨਿਸਾ ਬਿਤੀ ਪੁਨ ਪ੍ਰਾਤ ਭੀ ਸ਼ਾਹੋ ਬਾਗ ਕਹਿ ਦੀਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਵਜ਼ੀਰ ਖਾਂ ਮੁਸਲਮਾਨ ਹੈ, ਮੇਰੇ ਸਤਿਗੁਰੂ ਦਾ ਸ਼ਰਧਾਲੂ ਏ। ਚੰਦੂ ਵੱਲੋਂ ਲਾਈਆਂ ਹੋਈਆਂ ਚੁਗਲੀਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਾਦਸ਼ਾਹ ਜਹਾਂਗੀਰ ਦੇ ਕੋਲ ਬੁਲਾਉਣ ਲਈ ਜਹਾਂਗੀਰ ਨੂੰ ਮਨਾਇਆ ਗਿਆ। ਜਹਾਂਗੀਰ ਨੇ ਫਿਰ ਵਜ਼ੀਰ ਖਾਨ ਨੂੰ ਭੇਜਿਆ, ਜਾਓ ਗੁਰੂ ਅਰਜਨ ਸਾਹਿਬ ਨੂੰ ਲੈ ਕੇ ਆਓ। ਮਹਾਰਾਜ ਨੂੰ ਲੈ ਕੇ ਆਇਆ। ਸਤਿਗੁਰੂ ਦਾ ਬੜਾ ਅਦਬ ਕੀਤਾ ਬਾਦਸ਼ਾਹ ਜਹਾਂਗੀਰ ਨੇ। ਆਪਣੇ ਤੋਂ ਉੱਚਾ ਜਿਹੜਾ ਹੈ ਆਸਣ ਜਿਹੜਾ ਮਹਾਰਾਜ ਦਾ ਬੈਠਣ ਲਈ ਲਵਾਇਆ। ਇਤਿਹਾਸ ਦੇ ਪੰਨੇ ਇਹ ਵੀ ਆਖਦੇ ਨੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਸ਼ਾਹੀ ਕਿਲੇ 'ਚ 2 ਟਾਈਮ ਨਿਤਨੇਮ ਹੁੰਦਾ ਸੀ। ਆਸਾ ਦੀ ਵਾਰ ਦਾ ਕੀਰਤਨ। ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਫਰੀਦਕੋਟ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਪਰਿਵਾਰ ਬਡਰੂਖਾਂ, ਉੱਥੇ ਵੀ ਕਿਲ੍ਹਾ ਛੋਟਾ ਜਿਹਾ। ਤੁਹਾਨੂੰ ਕਦੇ ਜਾਣ ਦਾ ਸੁਭਾਗ ਮਿਲੇ ਵੇਖਿਓ। ਇਹਨਾਂ ਸਾਰਿਆਂ ਕਿਲਿਆਂ 'ਚ ਅੱਜ ਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਪ੍ਰਕਾਸ਼ ਨੇ ਗ੍ਰੰਥੀ ਰੱਖੇ ਹੋਏ ਨੇ। ਇਹਨਾਂ ਸਾਰਿਆਂ ਕਿਲਿਆਂ ਵਿੱਚ ਧਰਮੀ ਰਾਜੇ ਸਨ ਔਰ ਸਾਰਿਆਂ ਕਿਲਿਆਂ 'ਚ ਸਵੇਰੇ ਨਿਤਨੇਮ ਹੋਣਾ, ਆਸਾ ਜੀ ਦੀ ਵਾਰ ਦਾ ਕੀਰਤਨ ਹੋਣਾ। ਮੈਨੂੰ ਇੱਕ ਗੁਰਮੁਖ ਪਿਆਰਾ ਬਜ਼ੁਰਗ ਮਿਲਿਆ ਸ੍ਰੀ ਮੁਕਤਸਰ ਸਾਹਿਬ। ਉਹ ਦੱਸ ਰਿਹਾ ਸੀ ਮੇਰੇ ਦਾਦਾ ਜੀ ਕਹਿੰਦੇ ਕੀਰਤਨੀਏ ਸਨ। ਮਹਾਰਾਜਾ ਫਰੀਦਕੋਟ ਉਹਨਾਂ ਦੇ ਮਹਿਲਾਂ 'ਚ ਕੀਰਤਨ ਕਰਦੇ ਹੁੰਦੇ ਸੀ। ਕਹਿੰਦੇ 7 ਰਾਣੀਆਂ ਸੀ। ਰਾਜਾ ਜਗਜੀਤ ਸਿੰਘ ਸ਼ਾਇਦ ਹੋਣਗੇ, ਨਾਮ ਹੈ ਵਿਸਰਾਣਾ। ਸਾਰਿਆਂ ਨੇ ਆਸਾ ਦੀ ਵਾਰ 'ਚ ਕਹਿੰਦੇ ਹਾਜ਼ਰੀਆਂ ਭਰਨੀਆਂ ਸਮੇਤ 7 ਰਾਣੀਆਂ ਨੇ। ਭੋਗ ਪੈ ਕੇ ਦੇਗ ਵੰਡ ਕੇ ਅਰਦਾਸ ਹੋ ਕੇ ਫਿਰ ਕੰਮ ਕਰ ਜਾਣਾ। ਇਹ ਸਾਰਿਆਂ ਰਾਜਿਆਂ ਦੇ ਘਰਾਣਿਆਂ 'ਚ ਅੱਜ ਵੀ ਸਤਿਗੁਰਾਂ ਦੇ ਸਰੂਪ ਨੇ। ਮਹਾਰਾਜਾ ਪਟਿਆਲਾ, ਉਹਨਾਂ ਦਾ ਜਿਹੜਾ ਕਿਲ੍ਹਾ ਮੈਂ ਵੇਖਿਆ, ਉਹਦੇ 'ਚ ਅੱਜ ਵੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਬਾਬਾ ਆਲਾ ਸਿੰਘ ਦੇ ਵਕਤ ਦੀ ਚਲਦੀ ਹੋਈ ਜੋਤ ਤੇ ਦੇਸੀ ਘਿਓ ਦੀ ਕਦੀ ਬੁੱਝਣ ਨਹੀਂ ਦਿੰਦੇ। ਉੱਥੇ ਮੇਰੇ ਕਲਗੀਧਰ ਦੇ ਕੋਈ ਸ਼ਾਸਤਰ ਪਏ ਨੇ, ਆਪ ਜੀ ਦਰਸ਼ਨ ਕਰ ਸਕਦੇ ਹੋ। ਮੈਂ ਬੇਨਤੀ ਤਾਂ ਕਰ ਰਿਹਾ ਸੀ, ਧਰਮੀ ਸਨ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਪਿਆਰੇ ਸੀ। ਚਲੋ ਰਾਜ ਭਾਗ ਵਿੱਚ ਥੋੜ੍ਹਾ ਤਾਂ ਠਾ ਬੰਦਾ ਹੁੰਦਾ ਹੀ ਹੈ। ਉਹ ਸਤਿਗੁਰਾਂ ਨਾਲ ਪਿਆਰ ਭਰੇ ਬਹੁਤ। ਜੇ ਤੁਸੀਂ ਪਟਨਾ ਸਾਹਿਬ ਜਾਓਗੇ, ਇਸ ਪਾਵਨ ਦਰਬਾਰ ਦੇ ਨਿਰਮਾਣਤਾ ਜਿਹੜੀ ਮਹਾਰਾਜਾ ਪਟਿਆਲਾ ਸਾਹਿਬ ਨੇ ਕੀਤੀ ਹੈ। ਬੜੇ ਗੁਰਦੁਆਰੇ ਨੇ, ਲਗਭਗ ਤਮਾਮ ਗੁਰਦੁਆਰਿਆਂ ਦੀਆਂ ਜਿੰਨੀਆਂ ਵੀ ਇਮਾਰਤਾਂ ਨੇ, ਇਹਨਾਂ ਮਹਾਰਾਜਿਆਂ ਨੇ ਪੈਲੀਆਂ ਦਿੱਤੀਆਂ ਨੇ। 1900 ਕਿੱਲਾ ਪੈਲੀ ਜ਼ਮੀਨ ਜਿਹੜੀ ਹੈ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨਾਂ ਹੈ, ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਲਾ ਕੇ ਆਏ। 1900 ਕਿੱਲਾ ਜ਼ਮੀਨ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਹੋਣਾ। ਰਾਤ ਨੂੰ ਰਹਿਰਾਸ ਸਾਹਿਬ ਤੇ ਸਵੇਰੇ 5 ਬਾਣੀਆਂ। ਇਤਿਹਾਸ ਕਹਿੰਦਾ ਵੀ ਮਹਾਰਾਜਾ ਸਾਹਿਬ ਦੀ ਜਦੋਂ ਕੁਰਸੀ ਲੱਗਦੀ, ਉਸ ਕੁਰਸੀ ਤੋਂ ਉੱਪਰ ਗ੍ਰੰਥੀ ਸਿੰਘ ਦਾ ਆਸਣ ਹੁੰਦਾ ਸੀ ਹਮੇਸ਼ਾ ਹੀ। ਗ੍ਰੰਥੀ ਸਿੰਘ ਨੂੰ ਮਹਾਰਾਜਾ ਸਾਹਿਬ ਨੇ ਹਮੇਸ਼ਾ ਆਪਣੇ ਤੋਂ ਉੱਪਰ ਬਿਠਾਉਣਾ ਹੈ, ਸਤਿਕਾਰ ਦੇਣ ਲਈ ਗੁਰੂ ਕੀ ਬਾਣੀ ਪੜ੍ਹਦਾ।
ਮੈਂ ਬੇਨਤੀ ਕਰ ਰਿਹਾ ਸੀ, ਇਹ ਮਾਣ ਤੇ ਸਤਿਕਾਰ ਤੇ ਅਤੇ ਬਹੁਤ ਸੀ ਗੁਰੂ ਕੀ ਬਾਣੀ ਤੇ ਗੁਰੂ ਸਿੱਖਾਂ ਦਾ ਅੱਜ ਘਟਦਾ ਮਾਇਆ ਨੇ ਘਟਾ ਦਿੱਤਾ ਹੈ। ਮਹਾਰਾਜਾ ਸਾਹਿਬ ਬਹੁਤ ਗੁਰਬਾਣੀ ਖੁਦ ਪੜ੍ਹਨ ਵਾਲੇ ਗੁਰਸਿੱਖ ਸਨ। ਜਿੰਨਾ ਚਿਕਰ ਅਸੀਂ ਗੁਰਬਾਣੀ ਨਹੀਂ ਪੜ੍ਹਦੇ, ਸਾਨੂੰ ਮਾਇਆ ਦਾ ਪਤਾ ਤੇ ਅਸੀਂ ਮਾਇਆ ਧਾਰੀਆਂ ਦੀ ਕਦਰ ਕਰਦੇ ਹਾਂ ਨਾ। ਸਾਨੂੰ ਮਾਇਆ ਦਾ ਪਤਾ ਹੈ ਤੇ ਮਾਇਆ ਧਾਰੀਆਂ ਪਿੱਛੇ ਅਸੀਂ ਹੱਥ ਜੋੜ ਕੇ ਖੜਦੇ ਹਾਂ। ਜਿਸ ਦਿਨ ਸਾਨੂੰ ਗੁਰੂ ਕੀ ਬਾਣੀ ਦਾ, ਗੁਰੂ ਕੀ ਕਦਰ ਦਾ ਪਤਾ ਲੱਗਿਆ, ਇਹ ਸੱਚ ਜਿਵੇਂ ਮਾਇਆ ਤੇ ਮਾਇਆ ਧਾਰੀਆਂ ਮਗਰ ਤੁਰਨੇ ਆ, ਉਸ ਦਿਨ ਗੁਰੂ ਔਰ ਗੁਰਸਿੱਖੀ ਮਗਰ ਤੁਰਾਂਗੇ। ਉਹਨਾਂ ਚਿਰ ਜਿੰਨਾ ਚਿਰ ਪਤਾ ਨਹੀਂ। ਜਹਾਂਗੀਰ ਬਾਦਸ਼ਾਹ ਨੇ ਸਤਿਕਾਰ ਕੀਤਾ, ਵਜ਼ੀਰਾਂ ਨੇ ਮੱਥਾ ਟੇਕਿਆ, ਚੰਦੂ ਇਹ ਸਭ ਕੁਝ ਵੇਖ ਰਿਹਾ ਸੀ। ਸਤਿਗੁਰੂ ਦੇ ਨਾਲ ਬਚਨ ਬਿਲਾਸ ਹੋਏ, ਹਿੰਦੂ ਤੇ ਮੁਸਲਮਾਨਾਂ ਦੀ ਵਿਚਾਰ ਹੋਈ ਵੀ ਇਹ ਧਰਮ ਤੋਂ ਲੜਦੇ ਨੇ, ਮਰੇ ਕਹਿੰਦੇ ਨੇ ਅੱਲਾ ਨੂਰ ਪਾਇਆ। ਕੁਦਰਤ ਕੇ ਸਭ ਰੱਬ ਦੇ ਨੇ, ਕੋਈ ਕੁਝ ਕਰੇ ਕੋਈ ਕੁਝ ਕਰੇ। ਇਹ ਤੇ ਝੂਠੀਆਂ ਗੱਲਾਂ ਨੇ। ਮਹਾਰਾਜ ਕਹਿੰਦੇ ਬਸ ਵਾਹਿਗੁਰੂ ਦੇ ਹੁਕਮ ਵਿੱਚ ਉਸ ਦੇ ਸੁੱਖ ਦੁੱਖ ਨੂੰ ਸਦੀਵ ਕਾਲ ਲਈ ਹੁੰਦਾ ਇੱਕ ਬੜਾ ਵੱਡਾ ਫਲ ਸਮਝਣਾ। ਸੁੱਖ ਵੀ ਹੁੰਦਾ ਫਲ ਹੈ, ਦੁੱਖ ਵੀ ਹੁੰਦਾ ਫਲ ਹੈ। ਮਹਾਰਾਜ ਸਾਹਿਬ ਨੇ ਕਿਹਾ ਸੀ ਸੁੱਖ ਦੇ ਦੁੱਖ ਜਿੱਥੇ ਹੁੰਦੇ ਫਲ ਨੇ। ਸਦਾ ਹੀ ਪ੍ਰਭੂ ਦੀ ਭਗਤੀ ਵਿੱਚ ਆਪਾ ਤਿਆਗ ਕੇ ਆ ਸਰੀਰ ਦਾ ਨਹੀਂ ਰੱਖਣਾ ਵੀ ਮੇਰਾ ਸਰੀਰ ਹੈ, ਨਾ। ਇਹ ਮਹਾਰਾਜ ਵੱਲੋਂ ਮਿਲਿਆ ਹੋਇਆ ਇੱਕ ਗਿਫਟ ਹੈ ਕਿ ਇਹਦੇ ਨਾਲ ਆਪਾਂ ਰੱਬ ਨੂੰ ਮਿਲਣਾ। ਮਹਾਰਾਜ ਕਹਿੰਦੇ ਇੱਕ ਤੇ ਦੁੱਖ ਸੁੱਖ, ਇੱਕ ਤਨ ਦੀ ਹੰਗਤਾ, ਸਰੀਰ ਦੀ ਹੰਗਤਾ ਨਹੀਂ ਕਰਨੀ ਵੀ ਮੇਰਾ ਸਰੀਰ ਹੈ, ਨਾ। ਭਗਤ ਜੀ ਕਹਿੰਦੇ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਮੇਰਾ ਨਹੀਂ ਕੁਝ ਵੀ ਹੈ। ਤੀਸਰਾ ਮਹਾਰਾਜ ਸਾਹਿਬ ਨੇ ਕਿਹਾ ਸੀ ਪ੍ਰਭੂ ਦੀ ਭਗਤੀ ਕਰਨੀ, ਇੱਕ ਸਦਾ ਹੀ ਉਹਦੇ ਭਾਣੇ ਵਿੱਚ ਰਹਿਣਾ, ਇੱਕ ਆਪਣੇ ਸਰੀਰ ਦਾ ਮਾਨ ਹੰਕਾਰ ਤਿਆਗ ਦੇਣਾ, ਤੇ ਤੀਜਾ ਭਗਤੀ। ਇਹ ਤਿੰਨ ਗੁਣ ਨੇ ਮੇਰੇ ਸਾਹਿਬ ਕਹਿੰਦੇ ਜਿਹੜੇ ਮਾਲਕ ਦੇ ਦਰ ਕਬੂਲ ਹੁੰਦੇ ਨੇ, ਉਸ ਤਰ੍ਹਾਂ ਕੋਈ ਕਬੂਲ ਨਹੀਂ ਹੁੰਦਾ। ਨਾਤੀ ਜਾਏ, ਧੋਤੀ ਜਾਏ, ਹੱਜ ਕਰੀ ਜਾਏ, ਤੀਰਥਾਂ ਤੇ ਨਹਾਈ ਜਾਏ, ਜੋ ਮਰਜ਼ੀ ਕਰੀ ਜਾਏ, ਪਰ ਇਹ ਜ਼ਰੂਰਤਾਂ ਹੁੰਦੀਆਂ ਨੇ, ਇਹ ਖੰਡਨ ਨਹੀਂਗਾ। ਮੇਰੇ ਸਾਹਿਬ ਨੇ ਕਿਹਾ ਹਾਂ ਇਸ ਜੀਰੋਆਂ ਦਾ ਕੋਈ ਮੁੱਲ ਨਹੀਂਗਾ, ਜੀਰੋ ਪਾਉਣੇ ਇਹਦਾ ਮੁੱਲ ਨਹੀਂਗਾ, ਪਰ ਜਦੋਂ ਅੱਗੇ ਏਕਾ ਦੂਆ ਲਾ ਕੇ ਪਿੱਛੇ ਜੀਰੋ ਪਾਉਣੇ ਆ ਤੇ ਬਹੁਤ ਮੁੱਲ ਹੁੰਦਾ ਹੈ। ਉਹ ਜੀਰੋਆਂ ਦਾ ਮੁੱਲ ਕੋਈ ਨਹੀਂਗਾ, ਪਰ ਜੀਰੋਆਂ ਤੋਂ ਬਿਨਾਂ ਕਦੀ ਨਾ 100 ਲਿਖਿਆ ਜਾਂਦਾ, ਨਾ 1000 ਲਿਖਿਆ ਜਾਂਦਾ, ਨਾ 10,000 ਲਿਖਿਆ ਜਾਂਦਾ, ਲਿਖਿਆ ਜੀਰੋਆਂ ਨਾਲ ਹੀ ਜਾਏਗਾ। ਸੋ ਇਹ ਕਰਮ ਜਿਹੜੇ ਨੇ ਬਾਹਰੀ ਨੇ, ਕਰਨੇ ਨੇ, ਪਰ ਜੇ ਅੰਦਰਲਾ ਕਰਮ ਸ਼ੁੱਧ ਨਹੀਂ ਹੋਇਆ ਤੇ ਬਾਹਰਲਾ ਕਰਮ ਪਖੰਡ ਆ ਜਾਏਗਾ। ਛੋਡੀ ਲੈ ਪਖੰਡਾ, ਨਾਮ ਲਏ ਜਾਹੇ ਤਰਨ ਦਾ। ਹਜ਼ੂਰ ਕਹਿੰਦੇ ਫਿਰ ਇਹ ਪਖੰਡ ਬਣ ਜਾਏਗਾ। ਮੱਥਾ ਟੇਕਣਾ, ਤੀਰਥਾਂ ਤੇ ਜਾਣਾ, ਇਹ ਸਾਰਾ ਕੁਝ ਪਖੰਡ ਬਣ ਕੇ ਰਹਿ ਜਾਏਗਾ। ਜਿਹੜਾ ਰੱਬ ਨੇ ਕਿਹਾ ਬਚਨ ਜੇ ਉਹ ਨਹੀਂ ਕਮਾਉਣਾ, ਸਿੱਖਾ ਆਪਣੇ ਲਈ ਵੀ ਤੇ ਪਖੰਡ ਹੀ ਇਹਨੇ ਜੇ ਗੁਰੂ ਕਲਗੀਧਰ ਪਿਤਾ ਦੀ ਦੱਸੀ ਹੋਈ ਰਹਿਤ ਨਹੀਂ ਰੱਖਣੀ, ਫਿਰ ਸਾਰਾ ਸਾਡੇ ਲਈ ਵੀ ਪਖੰਡ ਹੀ ਹੁੰਦਾ ਹੈ ਨਾ। ਹਜ਼ੂਰ ਨੇ ਕਿਹਾ ਇਹ ਤਿੰਨਾਂ ਚੀਜ਼ਾਂ ਨਾਲ ਪ੍ਰਭੂ ਦਾ ਮਿਲਾਪ ਹੁੰਦਾ ਹੈ, ਉਹ ਸਤਿਕਾਰੇ ਜਾਂਦੇ ਨੇ ਬਕਾਇਦਾ। ਬਾਕੀ ਸਭ ਕੁਝ ਇਸ ਤਰ੍ਹਾਂ ਹੀ ਹੈ। ਵਿਚਾਰਾਂ ਹੋਈਆਂ, ਚਲੋ ਸ਼ਾਮਾਂ ਦਾ ਸਮਾਂ ਹੋ ਗਿਆ, ਉਹ ਕਚਹਿਰੀ ਬਰਖਾਸਤ ਹੋਈ। ਚੰਦੂ ਅੱਗੇ ਵਧਿਆ, ਕਹਿੰਦਾ ਜੀ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਗੁਰੂ ਅਰਜਨ ਸਾਹਿਬ ਨੂੰ ਘਰੇ ਲੈ ਜਾ ਤੇ ਨਾਲੇ ਇਹਨਾਂ ਦੀ ਮੈਂ ਸੇਵਾ ਕਰਾਂਗਾ, ਤੇ ਨਾਲੇ ਫਿਰ ਮੈਂ ਇਹਨਾਂ ਨੂੰ ਦੱਸਾਂਗਾ ਵੀ ਬਾਦਸ਼ਾਹ ਬੜੇ ਸਤਿਕਾਰ ਵਾਲੇ ਨੇ, ਤੁਹਾਡੇ ਨਾਲ ਪਿਆਰ ਕਰਦੇ ਨੇ, ਤੇ ਤੁਸੀਂ ਚੰਗਾ ਨਹੀਂ ਕੀਤਾ ਖੁਸਰੋ ਨੂੰ ਰਾਤ ਰੱਖਿਆ ਜਾਂ 4 ਰਾਤਾਂ ਰੱਖਿਆ। ਤੇ ਬਾਦਸ਼ਾਹ ਨਾਲੇ ਫਿਰ ਮੈਂ ਇਹਨਾਂ ਨੂੰ ਸਮਝਾਵਾਂਗਾ, ਨਾਲੇ ਹਰਜਾਨਾ ਲੈ ਲਾਂਗਾ, 2 ਲੱਖ ਰੁਪਈਆ ਫਿਰ ਸ਼ਾਹੀ ਖਜ਼ਾਨੇ 'ਚ ਪਾ ਦਿਆਂਗਾ, ਫਿਰ ਅੱਗੇ ਤੋਂ ਸਮਝ ਜਾਣਗੇ। ਫਿਰ ਬਾਦਸ਼ਾਹ ਕਹਿੰਦਾ ਵੀ ਠੀਕ ਹੈ ਬਈ, ਲੈ ਜਾ। ਇਹਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਿਪਾਹੀਆਂ ਦੇ ਨਾਲ ਤਕੜਾਈ ਕੀਤੀ ਤੇ ਆਪਣੇ ਹਵੇਲੀ, ਚੰਦੂ ਦੀ ਹਵੇਲੀ, ਉੱਥੇ ਮਹਾਰਾਜ ਨੂੰ ਲੈ ਆਉਂਦਾ। ਦਰਵਾਜ਼ੇ ਬੰਦ ਕਰ ਦਿੱਤੇ, ਪਹਿਰਾ ਤਕੜਾ ਲਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਗਰੀਬ ਨਵਾਜ ਨੂੰ ਉੱਥੇ ਰੱਖਿਆ ਹੈ। ਆਓ ਅੱਗੇ ਆਪਾਂ ਸਰਵਣ ਕਰਦੇ ਹਾਂ। ਸੀਸ ਪ੍ਰਦਾਨ ਕਰੋ।
ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਿਸਾਬਿਤੀ ਪੁਨ ਪ੍ਰਾਤਪੀ ਸ਼ਾਹੂ ਬਾਕ ਕਹਿ ਦੀਨ। ਕਵੀ ਜੀ ਕਹਿੰਦੇ ਨੇ ਮਹਾਰਾਜ ਨੂੰ ਇਹਨੇ ਆਪਣੇ ਘਰ ਗ੍ਰਿਫਤਾਰ ਕਰਕੇ ਲੈ ਆਂਦਾ ਤੇ ਬੜਾ ਪ੍ਰਸੰਨ ਹੋਇਆ। ਬੜਾ ਲੰਬੇ ਸਮੇਂ ਦਾ ਮਹਾਰਾਜ ਸੱਚੇ ਪਾਤਸ਼ਾਹ ਦਾ ਦੁਸ਼ਮਣ ਸੀ ਤੇ ਅੱਜ ਇਹਨੂੰ ਮੌਕਾ ਮਿਲਿਆ। ਸੁਲਭੀ ਇਸੇ ਧੰਦੇ ਵਿੱਚ ਹੀ ਖਤਮ ਹੋ ਗਏ ਤੇ ਅੱਜ ਪ੍ਰਸੰਨ ਹੋਇਆ ਮਹਾਰਾਜ ਜੀ ਨੂੰ ਰਾਤ ਰੱਖ ਕੇ। ਕਹਿੰਦੇ ਉਧਰੋਂ ਇਹ ਰਾਤ ਸੁੱਤਾ ਹੈ ਸੁਰਖਰੂ ਹੋ ਕੇ ਵੀ ਅੱਜ ਮੇਰਾ ਦੁਸ਼ਮਣ ਮੇਰੇ ਕਬਜ਼ੇ ਵਿੱਚ। ਜਿੰਨਾ ਕੁਝ ਮੇਰੇ ਨਾਲ ਹੋਇਆ ਮੈਂ ਜਿਵੇਂ ਆਪਾਂ ਕਹਿੰਦੇ ਨਾ ਵੀ ਗਿਣ ਗਿਣ ਕੇ ਬਦਲੇ ਲੈਣੇ, ਅੱਜ ਇਹਦੇ ਮਨ ਵਿੱਚ ਇਹ ਸੀ। ਕਵੀ ਜੀ ਕਹਿੰਦੇ ਨੇ ਉਧਰ ਦੀ ਸੁਣੋ। ਬਾਦਸ਼ਾਹ ਜਹਾਂਗੀਰ ਵੀ ਰਾਤ ਸੁੱਤਾ ਹੈ, ਦਿਨ ਚੜ੍ਹਿਆ। ਦਿਨ ਚੜ੍ਹਦਿਆਂ ਦੇ ਨਾਲ ਨਗਾਰੇ ਵੱਜਣੇ ਸ਼ੁਰੂ ਹੋਏ ਨੇ ਕੂਚ ਕਰਨ ਦੇ। ਬਜੇ ਨਗਾਰੇ ਕੂਚ ਕੇ ਸੁਧ ਸਭ ਹੂੰ ਸੁਨ ਲੀਨ। ਕਹਿਣ ਲੱਗੇ ਕੂਚ ਕਰਨ ਦੇ ਨਗਾਰੇ ਵੱਜੇ ਨੇ। ਨਾਲ ਹੀ ਇਹਨੇ ਬਾਦਸ਼ਾਹ ਨੂੰ ਕਿਹਾ ਬਾਦਸ਼ਾਹ ਦੀ ਕਸ਼ਮੀਰ ਨਹੀਂ ਰਹਿਣ ਦਿਓ, ਤੁਸੀਂ ਦਿੱਲੀ ਚਲੇ ਜਾਓ, ਕਿਉਂਕਿ ਇਹ ਤੇ ਮੇਰਾ ਮਾਲਕ ਹੀ ਜਾਣਦਾ ਹੈ ਨਾ। ਜੇ 10 ਲੱਖ ਦਾ ਮੁਲਖਈਆ ਧੰਨ ਗੁਰੂ ਕਲਗੀਧਰ ਪਿਤਾ ਨੂੰ ਫੜ ਨਹੀਂ ਸਕਦਾ, ਏਡੀ ਕਿਹੜੀ ਗੱਲ ਹੈ। ਗਰੀਬ ਨਵਾਜ ਇੱਕ ਜਮਸ਼ੇਦ ਖਾਨ ਤੇ ਗੁਲ ਖਾਂ ਸ਼ੁਰਾ ਲਾਉਂਦੇ ਨੇ, ਸਤਿਗੁਰੂ ਬਹਾਨਾ ਹੀ ਬਣਾਉਂਦੇ ਨੇ ਨਾ। ਇੱਕ ਪਾਸੇ ਤਾਂ ਮੇਰਾ ਦਾਤਾ ਅੰਤਰਜਾਮੀ ਹੈ, ਸਮਰੱਥ ਹੈ, ਸਭ ਕੁਝ ਹੈ। 10 ਲੱਖ ਦਾ ਮੁਲਖਈਆ ਮਹਾਰਾਜ ਨੂੰ ਛੋਹ ਨਹੀਂ ਸਕਦਾ ਤੇ 2 ਜਣੇ ਨਾਲ ਨੇ। ਇਹ ਵੀ ਤੇ ਉਹਦਾ ਭਾਣਾ ਹੈ ਨਾ, ਇਹ ਵੀ ਤੇ ਉਹਦਾ ਹੁਕਮ ਹੈ ਨਾ ਵੀ ਜਾਣਾ ਰਹੇ ਦੋਵੇਂ ਨਹੀਂ। ਉਹ ਵੀ ਇਹ ਥੋੜਾ ਵੀ ਨਾਲ ਗੁਰਸਿੱਖ ਬੰਦਾ ਸਿੰਘ ਬਹਾਦਰ ਜੇ ਸ਼ਕਤੀ ਭਗਤੀ ਚ ਪੂਰਾ ਹੈ, ਜਿੰਦੇ ਵੀਰ ਇੰਨੇ ਤਕੜੇ ਨੇ ਉਹਨਾਂ ਨੇ ਦੱਸਿਆ ਨਹੀਂ। ਇਹ ਭਾਣਾ ਹੈ, ਇਹ ਸਾਰੀ ਖੇਡ ਭਾਣੇ ਵਿੱਚ ਹੀ ਹੁੰਦੀ ਹੈ। ਉਹ ਕਿੱਡੇ ਸੋਹਣੇ ਸੋਹਣੇ ਫੁੱਲ ਲਾਉਂਦਾ ਹੈ ਰੱਬ, ਬਸ ਹਨੇਰੀ ਦੀ ਬੁੱਲਿਆਂ ਨਾਲ ਫੁੱਲਾਂ ਦੀਆਂ ਪੰਖੀਆਂ ਜਿਹੜੀਆਂ ਉਹ ਖੇਡ ਕੇ ਧਰਤੀ ਤੇ ਸੱਟ ਦਿੰਦਾ। ਮਿੰਟ 5 ਹੀ ਲਾਉਂਦਾ, ਖਿਡਾਉਂਦਾ ਵੀ ਆਪ ਏ, ਖਿਲਾਰਦਾ ਵੀ ਆਪ ਏ। ਇਹੀ ਹੁੰਦੀ ਮੌਜ ਹੈ, ਫੁੱਲਾਂ ਨੂੰ ਖਿੜਾ ਕੇ ਖੁਸ਼ਬੂਆਂ ਦੇ ਕੇ ਮੁੜ ਕੇ ਉਹਨਾਂ ਨੂੰ ਮਿੱਟੀ 'ਚ ਵੀ ਆਪ ਰੋਲ ਦਿੰਦਾ। ਬਸ ਆਹੀ ਹੁੰਦੀ ਖੇਡ। ਜਿਵੇਂ ਬੱਚੇ ਪਿੱਛੇ ਖੇਡਾਂ ਖੇਡਦੇ ਸੀ, ਨਿੱਕੇ ਨਿੱਕੇ ਘਰ ਮਿੱਟੀ ਦੇ ਬਣਾਉਣੇ। ਇਹ ਕਈ ਵਾਰੀ ਕਥਾ 'ਚ ਆਉਂਦਾ ਹੈ, ਬਣਾਉਂਦੇ ਰਹੇ। ਇਹ ਵੀ ਨਿੱਕੇ ਨਿੱਕੇ ਘਰ ਬਣਾ ਕੇ ਸੋਹਣਾ ਸੋਹਣਾ ਗੁੱਡੀਆਂ ਤੇ ਬਹੁਤ ਸੋਹਣਾ ਬਣਾਉਂਦੀਆਂ ਸੀ। ਵਿਹੜਾ ਬਣਾਉਣਾ, ਬਹੁਤ ਖੇਡਣਾ, ਗੁੱਡੀਆਂ ਪਟੋਲੇ, ਮੁੜ ਕੇ ਸਾਰਾ ਕੋਈ ਢਾਹ ਦੇਣਾ। ਜਿਵੇਂ ਇਹ ਬੱਚੇ ਦੀ ਇੱਕ ਮੌਜ ਹੈ, ਉਸ ਮਾਲਕ ਦੀ ਵੀ ਇਹ ਇੱਕ ਮੌਜ ਹੈ। ਉਹ ਕੱਲੇ ਫੁੱਲ ਬੂਟੇ ਫਲ ਫਰੂਟ ਹੀ ਨਹੀਂ ਪੱਤਿਆਂ ਨਾਲ ਧਰਤੀ ਤੇ ਡੇਗਦਾ, ਉਹ ਸੰਸਾਰ ਨੂੰ ਰਚ ਕੇ ਵੀ ਤੇ ਕਿਤੇ ਕਿਤੇ ਡੇਗ ਦਿੰਦਾ ਹੈ ਨਾ। ਉਹ ਇਹ ਉਹਦੀ ਖੇਡ ਹੀ ਹੁੰਦੀ ਹੈ, ਇਹ ਵੀ ਉਹਦੀ ਖੇਡ ਹੈ। ਉਹਦੀ ਖੇਡ ਸੀ। ਬਾਦਸ਼ਾਹ ਜਹਾਂਗੀਰ ਨੂੰ ਇਹਨੇ ਚੰਦੂ ਨੇ ਸ਼੍ਰੀਨਗਰ ਜਾਣ ਦੀ ਬਜਾਏ ਦਿੱਲੀ ਨੂੰ ਵਾਪਸ ਮੋੜਿਆ ਵੀ ਤੁਸੀਂ ਜੀ ਦਿੱਲੀ ਜਾਓ ਤੇ ਮੈਂ ਤੁਹਾਡੇ ਮਗਰੇ ਆਇਆ, ਨਾਲੇ ਪੈਸੇ ਲੈ ਕੇ ਨਾਲੇ ਸਮਝਾ ਕੇ। ਬਾਦਸ਼ਾਹ ਰਾਤ ਸੁੱਤਾ, ਸਵੇਰੇ ਤੜਕੇ ਉੱਠ ਕੇ ਨਗਾਰਿਆਂ ਤੇ ਚੋਟਾਂ ਲੱਗੀਆਂ ਨੇ। ਹੁਕਮ ਹੋ ਗਿਆ ਬਾਦਸ਼ਾਹ ਦਾ, ਫੌਜ ਸ਼ਾਹੀ ਤਿਆਰ ਹੋਵੇ, ਦਿੱਲੀ ਨੂੰ ਰਵਾਨਗੀ ਹੈ, ਦਿੱਲੀ ਨੂੰ ਚਾਲੇ ਹਨ ਜੀ। ਚੌਪਾਈ ਹਜ਼ਰਤ ਜਬ ਤਿਆਰ ਹੋਏ ਗਇਓ। ਕਵੀ ਜੀ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਤਿਆਰ ਹੋਏ ਹਨ ਚੱਲਣ ਲਈ। ਚੰਦੂ ਅਗੀ ਮੇਲ ਤਬ ਕੀਓ। ਤੇ ਜਦੋਂ ਸਵੇਰੇ ਜਾਣ ਲੱਗਾ ਹੈ ਨਾ ਬਾਦਸ਼ਾਹ ਜਹਾਂਗੀਰ, ਤੇ ਇਹ ਅਗੀ ਮੈਨੇ ਹੁੰਦਾ ਹੈ ਪਾਪੀ। ਇਹ ਪਾਪੀ ਚੰਦੂ ਬਾਦਸ਼ਾਹ ਜਹਾਂਗੀਰ ਨੂੰ ਆ ਕੇ ਮਿਲਿਆ ਹੈ। ਦਿਓ ਪ੍ਰਵਾਨਗੀ ਮੁਝ ਕੋ ਆਪੂ। ਤੇ ਬਾਦਸ਼ਾਹ ਜੀ ਨੂੰ ਕਹਿਣ ਲੱਗਾ ਜੀ ਮੈਨੂੰ ਤੁਸੀਂ ਆਗਿਆ ਦੇਣਾ ਕਰੋ। ਦਿਨ 4 ਮਹਿ ਕਰਵ ਮਿਲਾਪੂ। ਵੀ ਬਾਦਸ਼ਾਹ ਜੀ ਮੈਨੂੰ ਤੁਸੀਂ ਆਗਿਆ ਦਿਓ, ਮੈਂ ਦਿਨ 4 ਸਿਰਫ ਤੁਹਾਡੇ ਕੋਲ ਮੰਗਦਾ ਹਾਂ।
4 ਦਿਨਾਂ ਬਾਅਦ ਮੈਂ ਆ ਕੇ ਤੁਹਾਨੂੰ ਦਿੱਲੀ ਮਿਲਾਂਗਾ। ਕਛੂ ਮਾਮਲੇ ਕੀ ਰਹਿਕਾਰ। ਤੇ ਬਾਦਸ਼ਾਹ ਜੀ ਮੇਰੀ ਬੇਨਤੀ ਹੈ ਵੀ ਸਵਾਬਨਾ ਹੁਣ ਲਾਹੌਰ ਆਇਆ ਤੇ ਕੁਝ ਲਾਹੌਰ ਦੇ ਲਾਗੇ ਬੰਨੇ ਦਾ ਮਾਮਲਾ ਉਗਰਾਉਣ ਵਾਲਾ ਹੈ। ਉਦੋਂ ਇਹ ਮਾਮਲਾ ਲਾਉਂਦੇ ਸੀ ਨਾ ਜ਼ਮੀਨਾਂ ਨੂੰ ਵੀ ਹੋਰ ਵੀ। ਤੇ ਬਾਦਸ਼ਾਹ ਜੀ ਮਾਮਲਾ ਕੁਝ ਰਹਿੰਦਾ ਹੈ ਤੇ ਮੈਂ ਚਾਹੁੰਦਾ ਸਵਾਬਨਾ ਅੱਜ ਆਪਾਂ ਇੱਥੇ ਆਏ ਆ, ਜੇ ਤੁਸੀਂ ਮੈਨੂੰ 4 ਕੁ ਦਿਨ ਦੀ ਆਗਿਆ ਦੇ ਦਿਓ ਤੇ ਮੈਂ ਜਿੰਨਾ ਮਾਮਲਾ ਲਾਹੌਰ ਦਾ ਪੰਜਾਬ ਦਾ ਹੈ ਉਹ ਸਾਰਾ ਇਕੱਤਰ ਕਰਕੇ ਮੈਂ ਤੁਹਾਡੇ ਕੋਲ ਪਿੱਛੇ ਪਹੁੰਚ ਜਾਵਾਂਗਾ। ਇੱਕ ਸੰਮਤ ਕੀ ਕਰਨ ਸੰਭਾਰ। ਤੇ ਬਾਦਸ਼ਾਹ ਜੀ 1 ਸਾਲ ਦਾ ਮਾਮਲਾ ਪਿਛਲਾ ਰਹਿੰਦਾ, 1 ਸਾਲ ਦਾ। ਸਾਲ ਹੋ ਗਿਆ ਮਾਮਲਾ ਇਕੱਠਾ ਨਹੀਂ ਕੀਤਾ ਤੇ ਮਾਇਆ ਜਿਹੜੀ ਵਾਵਾ ਬਣਦੀ ਏ ਬਾਦਸ਼ਾਹ ਜੀ। ਤੇ ਤੁਸੀਂ ਕਿਰਪਾ ਕਰੋ ਮੈਨੂੰ 4 ਕੁ ਦਿਨ ਦੀ ਇੱਥੇ ਰਹਿਣ ਦੀ ਆਗਿਆ ਦਿਓ। ਮੈਂ ਸਾਲ ਦਾ ਸਾਰਾ ਇਕੱਠਾ ਜਿਹੜਾ ਮਾਮਲਾ ਕਰਕੇ ਜਿੰਨਾ ਮਾਇਆ ਜਿਹੜੀ ਉਹ ਇਕੱਠੀ ਕਰਕੇ ਲੈ ਆਵਾਂ। ਨਵੀਂ ਸਿੰਧ ਲਾਗੇ ਸਮਦਾਏ। ਇਹ ਹਾਂ ਬਾਦਸ਼ਾਹ ਜੀ ਨਵੀਂ ਸਿੰਧ ਹੁੰਦੇ ਨੇ ਜਿਹੜੇ ਮੁਨੀਮ ਜਿਨ੍ਹਾਂ ਨੂੰ ਕਹਿੰਦੇ ਨੇ, ਵਹੀ ਖਾਤਿਆਂ ਦਾ ਕੰਮ ਕਰਨ ਵਾਲੇ, ਉਹਨੂੰ ਨਵੀਂ ਸਿੰਧ ਕਹਿੰਦੇ ਨੇ। ਬਾਦਸ਼ਾਹ ਜੀ ਸਾਰੇ ਜਿਹੜੇ ਮੁਨੀਮ ਨੇ, ਜ਼ਮੀਨ ਦੀ ਲਿਖਤ ਪੜਤ ਰੱਖਣ ਵਾਲੇ ਜਿਹੜੇ ਨੇ ਬਾਦਸ਼ਾਹ ਜੀ, ਉਹ ਸਾਰੀ ਪੜਤਾਲ ਕਰ ਰਹੇ ਨੇ, ਉਹ ਜੋੜ ਜਮਾ ਮਾਇਆ ਦਾ ਲਾ ਰਹੇ ਹਨ। ਜਮਾ ਖਰਚ ਕੋ ਸਭ ਸਮਝਾਏ। ਤੇ ਉਹ ਜਿੰਨਾ ਹੀ ਮਾਇਆ ਆਈ ਜਿੰਨੀ ਗਈ ਉਹ ਸਾਰਾ ਲੇਖਾ ਜੋਖਾ ਕਰ ਰਹੇ ਹਨ ਜੀ। ਕਰ ਫਰੇਬ ਕੋ ਛੋਰਿਓ ਸਾਥ। ਤੇ ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਇਹਨੇ ਫਰੇਬ ਕਰਕੇ ਝੂਠ ਮਾਰ ਕੇ ਬਾਦਸ਼ਾਹ ਦੇ ਕੋਲੋਂ ਆਗਿਆ ਲੈ ਲਈ 4 ਦਿਨ ਪਿੱਛੇ ਰਹਿਣ ਦੀ। ਸ਼ਾਹੋ ਨਾ ਚਿਤਵੀ ਪੁੰਨ ਗੁਰ ਗਾਥ। ਤੇ ਕਹਿੰਦੇ ਬਾਦਸ਼ਾਹ ਵੈਸੇ ਇਹ ਸਭ ਤੋਂ ਵਿਕਾਰੀ ਬਾਦਸ਼ਾਹ ਹੋਇਆ। ਬਾਦਸ਼ਾਹ ਦੇ ਲਗਭਗ ਇਹੋ ਜਿਹੇ ਹੁੰਦੇ ਨੇ। ਇਹਦੀ ਹਿਸਟਰੀ ਜਿਹੜੀ ਜੀਵਨ ਦੀ ਕੋਈ ਬਹੁਤੀ ਮਲੀਨ ਹੈ, ਕੋਈ ਇੰਨੀ ਵਧੀਆ ਨਹੀਂ ਗਈ। ਬਹੁਤ ਸ਼ਰਾਬੀ ਕਬਾਬੀ ਸੀ, ਕਰੈਕਟਰ ਦਾ ਬਹੁਤ ਆਮ ਹੀ ਡਿੱਗੇ ਹੁੰਦੇ ਨੇ। ਰਾਤ ਪਰ ਦਿਨ ਧੁੱਤ ਰਹਿਣ ਵਾਲਾ ਇਹ ਬੰਦਾ ਸੀ। ਜਿੱਥੇ ਅਕਬਰ ਧਰਮੀ ਸੀ ਉੱਥੇ ਇਹ ਮਾੜਾ ਸੀ। ਤੇ ਕਹਿਣ ਲੱਗੇ ਰਾਤ ਖਾ ਪੀ ਕੇ ਸੁੱਤਿਆ, ਦਿਨੇ ਕੋਈ ਚੇਤਾ ਨਹੀਂ। ਜਿੰਦੀ ਸ਼ੁਰੂਆਤ ਵੀ ਸ਼ਰਾਬ ਨਾ ਤੇ ਨਸ਼ੇ ਨਾ ਹੋਵੇ, ਜਿੰਦੀ ਰਾਤ ਵੀ ਨਸ਼ੇ ਨਾ ਹੋਵੇ, ਚੇਤਾ ਕੀ ਰਹਿਣਾ। ਫਿਰ ਜੋ ਨਾਲਦਿਆਂ ਨੇ ਕਿਹਾ ਹੋਣਾ। ਸਵੇਰੇ ਉੱਠਿਆ ਨੇ ਕੁਝ ਨਹੀਂ ਪੁੱਛਿਆ ਮਹਾਰਾਜ ਬਾਰੇ, ਸੱਚੇ ਪਾਤਸ਼ਾਹ ਕਿੱਥੇ ਹਨ। ਬਹੁ ਧੰਦੇ ਗਨ ਭੋਗਨ ਵਿਸੈ। ਕਹਿਣ ਲੱਗੇ ਇੱਕ ਤੇ ਧੰਦੇ ਬੜੇ ਨੇ, ਇੱਕ ਭੋਗ ਬਿਲਾਸਾਂ ਵਿੱਚ ਜਿਹੜੀ ਮਤ ਮਲੀਨ ਹੈ ਜੀ। ਬਹੁਰ ਚੱਲਿਓ ਚੜ ਕਿਆ ਸੁਧ ਤਿਸੈ। ਇਸ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦਾ ਨੇ ਚੇਤਾ ਹੀ ਨਹੀਂ ਕੀਤਾ ਵੀ ਮਹਾਰਾਜ ਕੱਲ ਆਏ ਸਾਂ, ਚੰਦੂ ਘਰੇ ਗਿਆ, ਕੀ ਕੀਤਾ। ਕਹਿਣ ਲੱਗੇ ਨਾ ਮਤ ਮਲੀਨ ਵਿਸ਼ਿਆਂ 'ਚ ਧੰਦਿਆਂ 'ਚ ਗੁਰੂ ਦਾ ਕੋਈ ਚੇਤਾ ਨਹੀਂ। ਚੜ ਕੇ ਦਿੱਲੀ ਨੂੰ ਰਵਾਨਗੀ ਲੈ ਲਈ। ਪੂਰਬ ਭੀ ਕਬ ਗੁਰੂ ਪ੍ਰਸੰਗ। ਤੇ ਨਾਲ ਪਹਿਲਾਂ ਵੀ ਕਹਿਣ ਲੱਗੇ ਕਦੀ ਗੁਰੂ ਦਾ ਜੇ ਗੱਲਬਾਤ ਕੋਈ ਚਲਦੀ ਹੈ ਕੋਏ ਨਾ ਕਰਤ ਸ਼ਾਹੋ ਕੇ ਸੰਗ। ਕਹਿਣ ਲੱਗੇ ਪਹਿਲਾਂ ਵੀ ਇਹ ਚੰਦੂ ਦੇ ਸਿਖਾਏ ਹੋਏ ਬੰਦੇ ਕੋਲ ਸਨ ਵੀ ਜੇ ਕਦੀ ਵੀ ਬਾਦਸ਼ਾਹ ਦੇ ਕੋਲ ਗੁਰੂ ਅਰਜਨ ਸਾਹਿਬ ਜੀ ਦੀ ਗੱਲਬਾਤ ਚੱਲੇ ਤੇ ਉਦੋਂ ਹੀ ਗੱਲਬਾਤ ਨੂੰ ਠੱਪ ਕਰਕੇ ਅਗਲੀ ਹੋਰ ਚਲਾ ਦੇਣੇ। ਵੀ ਪਹਿਲਾਂ ਵੀ ਕੋਈ ਗੱਲਬਾਤ ਬਾਦਸ਼ਾਹ ਦੇ ਕੋਲ ਗੁਰੂ ਸਾਹਿਬ ਜੀ ਦੀ ਚੱਲਣ ਨਹੀਂ ਸੀ ਦਿੰਦੇ। ਸਿਮਰ ਦਵੈਸ਼ ਕੋ ਦੁਸ਼ਟ ਚਲਾਵੇ। ਤੇ ਕਹਿਣ ਲੱਗੇ ਜੇ ਚਲਾਉਂਦੇ ਵੀ ਸਨ ਗੱਲ ਤੇ ਦਵੈਸ਼ ਭਰੀਆਂ ਗੱਲਾਂ, ਜੇ ਗੁਰੂ ਅਰਜਨ ਸਾਹਿਬ ਦੀ ਗੱਲ ਕਰਨੀ ਤੇ ਦਵੈਸ਼ ਭਰੀਆਂ, ਮਹਾਰਾਜ ਦੀਆਂ ਨਿੰਦਿਆ ਭਰੀਆਂ, ਸਤਿਗੁਰੂ ਨਾਲ ਵੈਰ ਵਿਰੋਧ ਵਾਲੀਆਂ ਗੱਲਾਂ ਉਹੀ ਬਾਦਸ਼ਾਹ ਦੇ ਕੰਨੀ ਪਾਉਣੀਆਂ ਹਨ। ਸੁਲਹੀ ਸੁਲਭੀ ਚੰਦ ਬਤਾਵੇ। ਤੇ ਕਦੀ ਸੁਲਭੀ ਬਤਾਉਂਦਾ ਰਿਹਾ, ਕਦੀ ਸੁਲਹੀ ਖਾਨ। ਇਹ ਜਹਾਂਗੀਰ ਦੇ ਵੱਡੇ ਫੌਜਦਾਰ ਸਨ। ਸੁਲਹੀ ਖਾਨ ਦਾ ਭਤੀਜਾ ਸੁਲਭੀ ਖਾਨ ਇਹ ਫੌਜਦਾਰ ਸਨ। ਤੇ ਆ ਚੰਦੂ ਜਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਲ ਚੱਲਣੀ, ਇਹਨਾਂ ਨਿੰਦਕਾਂ ਨੇ ਮਹਾਰਾਜ ਜੀ ਦੀ ਵੈਰ ਵਿਰੋਧ ਭਰੀਆਂ ਗੱਲਾਂ, ਨਿੰਦਿਆ ਭਰੀਆਂ ਗੱਲਾਂ ਹੀ ਬਾਦਸ਼ਾਹ ਦੇ ਕੰਨੀ ਪਾਉਣੀਆਂ। ਲੈਣਾ ਦੇਣਾ ਕਹਿ ਸੰਗ ਕੋਏ ਨਾ।
ਤੇ ਕੋਈ ਵੀ ਲੈਣਾ ਦੇਣਾ ਜਿਨ੍ਹਾਂ ਦਾ ਬਾਤ ਸਤਿਗੁਰੂ ਦੇ ਨਾਲ ਕੋਈ ਵੀ ਨਹੀਂ ਸੀ। ਭਾਵ ਪ੍ਰੇਮ ਪਿਆਰ ਇਹਨਾਂ ਦੁਸ਼ਮਣਾਂ ਦਾ ਮਹਾਰਾਜ ਨਾਲ ਜਰਾ ਵੀ ਨਹੀਂ ਸੀ। ਧਨ ਹੰਕਾਰੀ ਜਾਣੈ ਸੋਏ ਨਾ। ਤੇ ਕੁਝ ਨਾਲ ਰਹਿਣ ਵਾਲੇ ਵਜ਼ੀਰ ਅਹਿਲਕਾਰ ਨੇ ਜਿਹੜੇ, ਉਹਨਾਂ ਦਾ ਵੀ ਕੋਈ ਗੁਰੂ ਨਾਲ ਲੈਣਾ ਦੇਣਾ ਨਹੀਂ ਸੀ। ਉਹਨਾਂ ਨੂੰ ਵੀ ਧਨ ਚੰਦੂ ਦਿੰਦਾ ਸੀ ਤੇ ਉਹਨਾਂ ਨੂੰ ਵੀ ਆਪਣੇ ਪੱਖ ਵਿੱਚ ਕਰਕੇ ਗੁਰਾਂ ਦੇ ਵਿਰੋਧ ਭਰੀਆਂ ਹੀ ਗੱਲਾਂ ਉਹਨਾਂ ਦੇ ਮੂੰਹੋਂ ਕਢਾਉਂਦਾ। ਅਹੈ ਤੁਰਕ ਪੁਨ ਗ੍ਰਸੇ ਵਿਕਾਰਾ। ਕਹਿਣ ਲੱਗੇ ਇੱਕ ਹੈਗੇ ਤੁਰਕ ਨੇ, ਇੱਕ ਗ੍ਰਸੇ ਹੋਏ ਵਿਕਾਰਾਂ ਵਿੱਚ ਨੇ, ਨਸ਼ੇ ਪੱਤਿਆਂ ਤੇ ਵਿਕਾਰਾਂ ਵਿੱਚ ਰਹਿਣ ਵਾਲੇ। ਕਹਾਂ ਚਿਨਾਰੀ ਗੁਰੂ ਉਦਾਰਾ। ਤੇ ਕਹਿਣ ਲੱਗੇ ਇਹ ਕੀ ਜਾਣਦੇ ਨੇ, ਚਿਨਾਰੀ ਚੁਗਲੀ ਵੀ ਹੁੰਦੀ ਹੈ, ਚਿਨਾਰ ਚਾਨਣਾ ਵੀ ਹੁੰਦਾ ਹੈ। ਕਹਿਣ ਲੱਗੇ ਵੀ ਕਵੀ ਜੀ ਕਹਿੰਦੇ ਵੀ ਇਹ ਕੌਣ ਨੇ ਗੁਰੂ ਨੂੰ ਜਾਣਨ ਵਾਲੇ, ਕਿਵੇਂ ਜਾਣ ਲੈਣਗੇ ਜਿਹੜੇ ਵਿਕਾਰਾਂ ਵਿੱਚ ਗਰਸੇ ਹੋਏ, ਅਹੁਦਿਆਂ ਵਿੱਚ ਰਸੇ ਹੋਏ, ਉਹ ਮਹਾਰਾਜ ਨੂੰ ਨਹੀਂ ਜਾਣਦੇ। ਹਜੂਰ ਨੇ ਕਿਹਾ ਧਨ ਪ੍ਰਭਤਾ ਜੋਬਨ ਤਨ ਪ੍ਰਭਤਾ ਕੇ ਮਦ ਮੈਂ ਐਨਸ ਰਹੇ ਦੇਵਾਨਾ। ਇਹ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦੇ ਬਚਨ ਨੇ। ਧਨ ਜੋਬਨ ਪ੍ਰਭਤਾ ਕੇ ਮਦ ਮੈਂ, ਇਹ ਇਸ ਤਰ੍ਹਾਂ ਪੰਕਤੀ ਹੈ। ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਨਸ ਰਹਿ ਦੀਵਾਨਾ। ਦੀਵਾਨਾ ਮੈਨੇ ਪਾਗਲ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਵੀ ਇਹ ਮਨੁੱਖ ਇਹ ਤਾਂ ਊਂ ਨਹੀਂ ਮਾਨ, ਕੱਲਾ ਹੀ ਨਹੀਂ ਮਾਨ, ਸੁੱਕਾ ਹੀ। ਉਹ ਸੁੱਕੇ ਮਨੁੱਖ ਕੋਲ ਧਨ ਆ ਜਾਏ, ਉਹ ਉਹਦਾ ਕਿਤੇ ਪੈਰ ਧਰਤੀ ਤੇ ਲੱਗਦੇ ਨੇ ਨਾ। ਫਿਰ ਉਹ ਮਨੁੱਖ ਜੋਬਨ ਜਵਾਨੀ ਭਰਿਆ ਹੋਵੇ, ਸੁੰਦਰਤਾ ਭਰਿਆ ਹੋਵੇ, ਮਹਾਰਾਜ ਕਹਿੰਦੇ ਕਿੱਥੇ ਲੱਗਣਗੇ। ਫਿਰ ਉਹਦੇ ਕੋਲ ਪ੍ਰਭਤਾ ਹੋਵੇ, ਅਹੁਦਾ ਹੋਵੇ, ਤੇ ਫਿਰ ਤੇ ਗਿਆ ਗੁਜ਼ਰਿਆ ਹੀ ਨਾ। ਮਨੁੱਖ ਤੇ ਊਈ ਨਹੀਂ ਮਾਣ, ਕੱਲਾ ਹੀ ਨਹੀਂ ਮਾਣ, ਤੇ ਉਹਨੂੰ ਰੱਬ ਸੁੰਦਰਤਾ ਬਖਸ਼ ਦੇਵੇ ਤੇ ਕਿਆ ਕਮਾਲ ਹੈ। ਫਿਰ ਉਸ ਸੁੰਦਰਤਾ ਭਰੇ ਨੂੰ ਮਨੁੱਖ ਧਨ ਦੇ ਦੇਵੇ, ਕਿਆ ਕਹਿਣਾ ਹੈ। ਫਿਰ ਉਹਦੇ ਕੋਲ ਅਹੁਦਾ ਵੀ ਬੜਾ ਵੱਡਾ ਹੋਵੇ, ਮਹਾਰਾਜ ਕਹਿੰਦੇ ਲਿਖ ਕੇ ਦੇ ਦੇਣਾ, ਪਾਗਲ ਹੋਵੇਗਾ, ਕਦੀ ਰੱਬ ਨਾਲ ਜੁੜਨ ਵਾਲਾ ਨਹੀਂ ਹੋਵੇਗਾ। ਸਾਡੇ ਬੇਅੰਤ ਲੀਡਰ ਨੇ ਜਦੋਂ ਦਿੱਲੀ ਚਲੇ ਜਾਂਦੇ ਨੇ ਨਾ, ਫਿਰ ਸਿੱਖੀ ਸੁੱਖੀ ਇਹਨਾਂ ਨੂੰ ਭੁੱਲ ਜਾਂਦੀ ਏ। ਉਹ ਜਦੋਂ ਇੱਥੇ ਆਉਂਦੇ ਨੇ ਪੰਜਾਬ, ਜਦੋਂ ਵੋਟਾਂ ਮੰਗਣ, ਅਸੀਂ ਬੜੇ ਵੱਡੇ ਸਿੱਖ ਹਨ। ਕਿਸੇ ਨੂੰ ਵੀ ਮਨੁੱਖ ਨੂੰ ਵੀ ਧਨ ਮਿਲਦਾ ਹੈ, ਪ੍ਰਭਤਾ ਮਿਲਦੀ ਏ, ਕੋਈ ਜੁਬਨ ਮਿਲਦਾ, ਮਹਾਰਾਜ ਕਹਿੰਦੇ ਉਹ ਗਿਆ, ਉਹ ਪਾਗਲ ਹੋ ਜਾਏਗਾ। ਤੇ ਇਹ ਤਿੰਨ ਚਾਰੇ ਚੀਜ਼ਾਂ ਮਨੁੱਖ ਨੂੰ ਰੱਬ ਪ੍ਰਤੀ ਪਾਗਲ ਬਣਾ ਦਿੰਦੀਆਂ ਨੇ, ਹੰਕਾਰੀ। ਤੇ ਇਹੋ ਜਿਹਾ ਇਹਨਾਂ ਦਾ ਹਿਸਾਬ ਕਿਤਾਬ ਹੈ। ਮੰਤਰੀ ਵਜ਼ੀਰ ਨੇ, ਇੱਕ ਮੁਸਲਮਾਨ ਨੇ, ਤੁਰਕ ਨੇ, ਇੱਕ ਵਿਸ਼ਾਈ ਵਿਕਾਰ, ਇੱਕ ਅਹੁਦਾ। ਇਹ ਕੀ ਜਾਣਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਰੇ। ਨਹਿ ਪ੍ਰਸੰਗ ਚੱਲ ਮਿਲੇ ਪਿਛਾਰੀ। ਤੇ ਕੋਈ ਵੀ ਇਹੋ ਜੀ ਗੱਲਬਾਤ ਜਿਹੜੀ ਬਾਦਸ਼ਾਹ ਨਾਲ ਨਾ ਹੋਵੇ, ਵੀ ਇਹੋ ਜੀ ਗੱਲਬਾਤ ਸੱਚੇ ਪਾਤਸ਼ਾਹ ਦੇ ਪ੍ਰਤੀ ਨਾ ਚੱਲੇ ਜੀ। ਵਰਜ ਦੀਏ ਚੰਦੂ ਦੁਰਚਾਰੀ। ਤੇ ਚੰਦੂ ਨੇ ਕਹਿਣ ਲੱਗੇ ਸਾਰਿਆਂ ਨੂੰ ਰੋਕ ਦਿੱਤਾ ਜਿਹੜੇ ਨਾਲ ਰਹਿਣ ਵਾਲੇ ਸਨ, ਵੀ ਗੁਰੂ ਅਰਜਨ ਸਾਹਿਬ ਦੀ ਗੱਲ ਨਹੀਂ ਚੱਲਣ ਦੇਣੀ। ਗਮਨਤ ਮਿਲਿਓ ਸਕਲ ਕੋ ਜਾਏ। ਤੇ ਜਦੋਂ ਸਾਰੇ ਤਿਆਰ ਹੋਏ ਤੇ ਸਾਰਿਆਂ ਨਾਲ ਰਹਿਣ ਵਾਲੇ ਜਿਹੜੇ ਇੱਕ ਵਜ਼ੀਰ ਸਨ, ਅਹਿਲਕਾਰ, ਸਾਰਿਆਂ ਨੂੰ ਇਹ ਚੰਦੂ ਜਾ ਕੇ ਮਿਲਿਆ। ਜੇ ਹਜੂਰ ਗੁਰ ਗਾਥ ਚਲਾਏ। ਜੇ ਕਹਿਣ ਲੱਗਾ ਵੀ ਮਹਾਰਾਜ ਬਾਦਸ਼ਾਹ ਦੇ ਕੋਲ ਗੁਰੂ ਅਰਜਨ ਸਾਹਿਬ ਜੀ ਦੀ ਕੋਈ ਗਾਥਾ, ਕੋਈ ਵਾਰਤਾ ਚੱਲ ਵੀ ਪਈ। ਬੁੱਧ ਬਲ ਤੇ ਬਰਜੋ ਤੇ ਰੋਕ। ਇੱਕ ਹੀ ਚਲਾਉਂਦਾ ਸੀ ਵਜ਼ੀਰ ਖਾਂ, ਬਾਕੀ ਸਾਰੇ ਦੁਸ਼ਮਣ ਪੰਡਲੀ ਸੀ। ਤੇ ਕਹਿਣ ਲੱਗਾ ਜੇ ਕਿਧਰੇ ਅਚਾਨਕ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਚੱਲ ਵੀ ਪਈ ਤੇ ਨਾਲ ਦੇ ਤੇ ਗੁਰੂ ਅਰਜਨ ਦੇਵ ਨੂੰ ਕੀ ਜਾਣਦੇ ਸਨ, ਉਹਨਾਂ ਦਾ ਕੀ ਮਤਲਬ ਹੈ, ਕੋਈ ਮਤਲਬ ਨਹੀਂਗਾ। ਕਹਿਣ ਲੱਗੇ ਵੀ ਤੁਸੀਂ ਉਹ ਗੱਲ ਨੂੰ ਉੱਥੇ ਹੀ ਠੱਪ ਕਰ ਦੇਣਾ ਹੈ। ਕਿਆ ਤਿੰਨ ਗਾਥ ਫਕੀਰ ਜੇ ਲੋਕ। ਤੇ ਜੇ ਕੋਈ ਗੱਲਬਾਤ ਚੱਲੇ ਤੇ ਇਹਨਾਂ ਕਹਿ ਕੇ ਟਾਲ ਦਿਓ ਜੀ, ਫਕੀਰਾਂ ਦੀਆਂ ਗੱਲਾਂ ਬਾਤਾਂ ਕਾਹਦੀਆਂ, ਤੇ ਸਾਧੂ ਬੰਦਗੀ ਵਾਲੇ ਨੇ, ਕੋਈ ਗੱਲ ਨਹੀਂ ਜੀ, ਬਸ ਇੰਨਾ ਹੀ ਕਹਿ ਕੇ ਟਾਲ ਦੇਣਾ ਹੈ। ਰਹੋ ਪਿਛਾਰੀ ਤੁਮ ਪਰਵਾਸੇ। ਇਹ ਕਹਿਣ ਲੱਗਾ ਮੈਂ ਤੁਹਾਡੇ ਪਰਵਾਸੇ ਤੇ ਹੀ ਪਿੱਛੋਂ ਰਵਾਂਗਾ। ਕੇਤਕ ਦਿਨ ਮੈਂ ਆਏ ਵਪਾਸੇ। ਤੁਹਾਡੇ ਭਰੋਸੇ ਕਰਕੇ ਮੈਂ ਪਿੱਛੇ
ਪਿੱਛੇ ਭਾਵ ਜਿੰਨਾ ਕੁਝ ਕਰਨਾ ਮੈਂ ਤੁਹਾਡੇ ਕਰਕੇ ਗੁਰੂ ਅਰਜਨ ਸਾਹਿਬ ਜੀ ਨਾਲ ਕਰਾਂਗਾ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆ ਜਾਵਾਂਗਾ। ਕਰੀ ਕਚਹਿਰੀ ਆਪਣੀ ਸਾਰੀ। ਕਵੀ ਜੀ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਦੇ ਜਿੰਨੇ ਨਜ਼ਦੀਕੀ ਅਹਿਲਕਾਰ ਕਾਜੀ ਮੁੱਲਾ ਨੇ ਸਾਰੇ ਆਪਣੇ ਨਜ਼ਦੀਕੀ ਬਣਾ ਲੈ। ਇਹ ਜਦੋਂ ਰੱਬ ਕਿਰਪਾ ਕਰਦਾ ਹੈ ਨਾ ਜੀ, ਇਹ ਉਦੋਂ ਹੀ ਕਿਤੇ ਫੁੱਲਾਂ ਤੇ ਬਹਾਰ ਆਉਂਦੀ, ਉਹ ਨਹੀਂ ਆਉਂਦੀ। ਇਹ ਜਦੋਂ ਉਹ ਬਖਸ਼ਿਸ਼ਾਂ ਕਰੇ ਫਿਰ ਕਾਰਜ ਸਵਰ ਵੀ ਜਾਂਦੇ ਨੇ। ਜਦੋਂ ਥੋੜਾ ਜਿਹਾ ਪੁੱਠਾ ਹੋ ਜਾਏ ਫਿਰ ਨਦਰੋਂ ਪੱਠੀ ਜੇ ਕਰੇ। ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਭੇਖ ਨਾ ਪਾਇੰਦਾ। ਇਸ ਤਰ੍ਹਾਂ ਵੀ ਕਰ ਦਿੰਦਾ ਉਹ। ਕਈਆਂ ਨਾਲ ਹੁੰਦਾ, ਕਈਆਂ ਦੇ ਸਵਾਦ ਦਿੰਦਾ ਤੇ ਜਿਨ੍ਹਾਂ ਤੇ ਨਿਗਾਹ ਸਵੱਲੇ ਨਹੀਂ ਫਿਰ ਬਹੁਤ ਕੁਝ ਜਾਂਦਾ ਬੜਿਆਂ ਦਾ ਚਲਾ। ਇਹ ਤੇ ਮੇਰੇ ਮਾਲਕ ਦੀਆਂ ਆਪਣੀਆਂ ਹੀ ਕਿਤੇ ਕੀਤੇ ਹੋਏ ਕੌਤਕ ਨੇ, ਇਹਦੇ ਕੀ ਮਜਾਲ ਹੈ। ਤੇ ਕਹਿਣ ਲੱਗਾ ਵੀ ਸਾਰੀ ਕਚਹਿਰੀ ਇਹਨੇ ਆਪਣੇ ਵੱਸ ਕੀਤੀ। ਅਹਿਲਕਾਰ ਨਵਾਬ ਕਾਜੀ ਮੁੱਲਾ ਨੂੰ ਸਾਰਿਆਂ ਨੂੰ ਆਪਣੇ ਵੱਸ ਕਰਕੇ ਵੀ ਹੁਣ ਮੈਂ ਮਨ ਮਰਜ਼ੀਆਂ ਕਰਾਂਗਾ। ਤੇ ਬਾਦਸ਼ਾਹ ਨੂੰ ਇਹਨੇ ਤੁਰਿਆ ਹੈ ਕਿਸ ਧਨ ਦੇ ਕਿਸ ਮ੍ਰਿਦਲ ਉਚਾਰੀ। ਕਹਿਣ ਲੱਗੇ ਕਈਆਂ ਨੂੰ ਇਹਨੇ ਧਨ ਦਿੱਤਾ, ਕਈਆਂ ਨੂੰ ਮਿੱਠੇ ਬੋਲ ਬੋਲ ਕੇ ਆਪਣੇ ਵਸੀਕਾਰ ਕੀਤਾ। ਜਸ ਜਸ ਹੋਤੇ ਤਥਾ ਹਰ ਖਾਏ। ਤੇ ਕਹਿਣ ਲੱਗੇ ਜਿਵੇਂ ਜਿਵੇਂ ਜਿਹੋ ਜੇ ਮਨੁੱਖ ਸੀ ਉਸ ਤਰ੍ਹਾਂ ਹੀ ਇਹਨੇ ਆਪਣੇ ਵਸੀਕਾਰ ਕਰ ਲਏ। ਜਿਹੜੇ ਮਾਇਆ ਦੇ ਲੋਭੀ ਸੀ ਉਹਨਾਂ ਨੂੰ ਮਾਇਆ ਦਿੱਤੀ, ਜਿਹੜੇ ਕਿਤੇ ਮਿੱਠੇ ਬੋਲਾਂ ਨਾਲ ਰੀਝਣ ਵਾਲੇ ਸੀ ਉਹਨਾਂ ਨੂੰ ਮਿੱਠੇ ਬੋਲਾਂ ਨਾਲ ਇਹਨੇ ਆਪਣੇ ਵਸ ਕੀਤਾ ਹੈ। ਸ਼ਾਹੋ ਸਮੀਪ ਸਮੂਹ ਸੁਹਾਏ। ਤੇ ਜਿੰਨੇ ਬਾਦਸ਼ਾਹ ਦੇ ਕੋਲ ਰਹਿਣ ਵਾਲੇ ਸਨ ਚੰਦੂ ਹਟਿਓ ਧੀਰ ਉਰ ਧਰ ਕੈ। ਕਹਿਣ ਲੱਗੇ ਪੂਰਾ ਪ੍ਰਬੰਧ ਕਰਕੇ। ਜਿਸ ਦਿਨ ਰਾਜਾ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਉਪਾਸ਼ਕ ਬਣ ਰਿਹਾ ਹੈ ਨਾ, ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਕਹਿੰਦਾ ਵੀ ਸੱਪ ਨੇ ਛਾਇਆ ਕੀਤੀ ਹੋਈ ਸੀ। ਜਿਸ ਦਿਨ ਪਹਿਲੇ ਦਿਨ ਰਾਜਾ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਲੱਗਾ, ਪਹਿਲਾ ਦਿਨ ਸੀ ਸੱਚੇ ਪਾਤਸ਼ਾਹ ਜੀ ਦੇ ਸੱਪ ਨੇ ਛਾਂ ਕੀਤੀ ਹੋਈ ਤੇ ਬਾਦਸ਼ਾਹ ਲੰਘ ਰਿਹਾ ਸੀ। ਇਹ ਗੁਰੂ ਨਾਨਕ ਪ੍ਰਕਾਸ਼ ਦੇ ਬਚਨ। ਬਾਦਸ਼ਾਹ ਦੇ ਨਾਲ ਇਹ ਛੋਟਾ ਜਿਹਾ ਰਾਜਾ ਸੀ ਨਾ, ਰਾਜਾ ਰਾਏ ਬੁਲਾਰ ਸਾਹਿਬ, ਘੋੜੇ ਤੇ ਚੜਿਆ ਹੁੰਦਾ ਸੀ। ਨਾਲ ਇਹਦੇ ਸੇਵਕ ਸਨ। ਦੂਰੋਂ ਨਿਗਾਹ ਪਈ, ਰੁਕ ਗਏ ਯਕਦਮ। ਪਤਾ ਸੀ ਵੀ ਇਹ ਰਾਜਾ ਵੀ ਇਹ ਮਹਿਤਾ ਕਾਲੂ ਦਾ ਸਪੁੱਤਰ ਹੈ। ਨਾਲ ਦੇ ਕਹਿਣ ਲੱਗੇ ਜੀ ਉਹ ਮਹਿਤੇ ਦਾ ਪੁੱਤ ਪਿਆ, ਲੱਗਦਾ ਸੱਪ ਨੇ ਡੰਗ ਦਿੱਤਾ ਹੈ, ਵੀ ਹੁਣੇ ਕਿਤੇ ਡੰਗਿਆ ਤੇ ਉਹ ਸੁੱਤਾ ਪਿਆ। ਬਾਦਸ਼ਾਹ ਨੇ ਘੋੜਾ ਰੋਕਿਆ ਵੀ ਖੜਾਕ ਨਹੀਂ ਕਰਨਾ, ਵੀ ਵੇਖੋ। ਰੁਕੇ, ਵੇਖਦੇ ਰਹੇ ਕਿੰਨਾ ਚਿਰ ਵੇਖੀ ਗਏ। ਵੇਖਦਿਆਂ ਫਿਰ ਜਦੋਂ ਦੋ ਘੜੀਆਂ ਬਤੀਤ ਹੋਈਆਂ, ਉਹਦੇ ਬਾਦਸ਼ਾਹ ਨੇ ਕਿਹਾ ਵੀ ਨਹੀਂ, ਸੱਪ ਡੰਗ ਮਾਰ ਕੇ ਉਦੋਂ ਹੀ ਭੱਜ ਜਾਂਦਾ ਵੀ ਇਹ ਕਹਾਣੀ ਹੋਰ ਹੈ। ਵੇਖੀ ਗਏ। ਚਲੋ ਵਕਤ ਨਾਲ ਸੱਪ ਵੀ ਗਿਆ ਹਨਾ। ਫਿਰ ਜਦੋਂ ਆਇਆ ਬਾਦਸ਼ਾਹ ਫਿਰ ਘੋੜੀ ਤੇ ਉਤਰ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਤੇ ਝੁਕਿਆ ਸੀ। ਖੇਡ ਹੈ ਨਾ ਮੇਰੇ ਮਾਲਕ ਦੀ। ਇਹ ਖੇਡਾਂ ਹੀ ਨੇ ਸਾਰੀਆਂ ਮਾਲਕ ਦੀਆਂ। ਅੱਜ ਜੋ ਕੁਝ ਗੁਰੂ ਅਰਜਨ ਸਾਹਿਬ ਕਰ ਰਹੇ ਨੇ ਇਹ ਵੀ ਖੇਡ ਹੈ। ਤੇ ਉਸ ਦਿਨ ਤੋਂ ਬਾਅਦ ਫਿਰ ਰਾਜਾ ਰਾਏ ਬੁਲਾਰ ਭਾਗਾਂ ਵਾਲਾ ਸੀ। ਇੱਕ ਵਾਰੀ ਤੱਕਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭੌਰਾ ਹੀ ਬਣ ਗਿਆ ਸੀ। ਮੁੜ ਕੇ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਜਾਣਾ, ਅੱਖਾਂ 'ਚ ਪਾਣੀ ਹੋਣਾ, ਬਜ਼ੁਰਗੀ ਤਿੱਕਰ ਰੋਂਦਾ ਰਿਹਾ। ਫਿਰ ਮਹਾਰਾਜ ਦੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਨੂੰ ਉੱਪਰ ਬਿਠਾਉਣਾ। ਮਹਾਰਾਜ ਨੇ ਕਹਿਣਾ ਨਹੀਂ ਜੀ ਤੁਸੀਂ ਮੇਰੇ ਬਾਪ ਤੋਂ ਵੱਡੇ ਹੋ, ਬਾਪ ਸਮਾਨ ਹੋ, ਸਤਿਕਾਰ ਨਾਮ ਦਾਤਾ, ਤੁਸੀਂ ਮੇਰੇ ਅੱਲਾ ਦਾ ਰੂਪ ਹੋ, ਤੁਸੀਂ ਉੱਪਰ ਹੀ ਬੈਠਣਾ ਹੈ, ਆਪ ਥੱਲੇ ਬਹਿ ਨਾ ਡਿੱਗ ਭਾਗਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ
ਗਰੀਬ ਨਵਾਜ਼ ਦਾ ਇਹ ਵੀ ਜੋ ਆਪਾਂ ਸੁਣਾਂਗੇ, ਸੁਣਾਉਣਾ ਤੇ ਸੁਣਨਾ ਔਖਾ ਹੈ। ਗੁਰੂ ਕਿਰਪਾ ਕਰੇ। ਕਹਿਣ ਲੱਗੇ ਚੰਦੂ ਨੇ ਬੰਦੋਬਸਤ ਕੀਤਾ, ਧੀਰਜ ਨੂੰ ਧਾਰ ਕੇ ਬੜਾ ਸੁਰਖਰੂ ਹੋ ਕੇ ਬਾਦਸ਼ਾਹ ਵੱਲੋਂ ਵਾਪਸ ਆਪਣੇ ਹਵੇਲੀ ਵਿੱਚ ਗੁਰੂ ਅਰਜਨ ਸਾਹਿਬ ਪਿਤਾ ਦੇ ਕੋਲ ਆਇਆ ਹੈ। ਦੁਸ਼ਟ ਪਾਨੇ ਮੈਂ ਚਿਤ ਕੋ ਧਰ ਕੇ। ਕਹਿਣ ਲੱਗੇ ਵਾਪਸ ਆਇਆ ਤੇ ਦੁਸ਼ਟ ਪੁਣਾ, ਜਿਵੇਂ ਆਪਾਂ ਸੇਵਾਦਾਰ ਭਾਵਨਾ ਵਾਲਾ ਗੁਰੂ ਪ੍ਰਤੀ ਭਾਵਨਾ ਉਤਪੰਨ ਕਰਦਾ ਹੈ, ਸੱਚੇ ਪਾਤਸ਼ਾਹ ਦੇ ਮੈਂ ਆਹ ਸੇਵਾ ਕਰਾਂਗਾ, ਇਸ ਤਰ੍ਹਾਂ ਇਹ ਦੁਸ਼ਟ ਪੁਣਾ ਹੀ ਰੱਖਦਾ ਹੈ। ਅੰਦਰ ਬੁਰਾਈਆਂ ਚਤਵਦਾ ਹੋਇਆ ਸੱਚੇ ਪਾਤਸ਼ਾਹ ਵੱਲ ਆ ਰਿਹਾ ਹੈ। ਸਭਨ ਚੜਾਏ ਮੂਡ ਤਹਿ ਆਇਓ। ਕਹਿਣ ਲੱਗੇ ਸਾਰੀ ਫੌਜ ਚੜਾ ਕੇ, ਹਲਕਾ ਚੜਾ ਕੇ ਮੂੜ ਮੂਰਖ ਵਾਪਸ ਮੁੜ ਰਿਹਾ ਹੈ ਜੀ। ਸਤਿਗੁਰ ਅਰਜਨ ਜਹ ਉਤਰਾਇਓ। ਜਿੱਥੇ ਆਪਣੀ ਹਵੇਲੀ ਵਿੱਚ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਗਰੀਬ ਨਵਾਜ਼ ਜੀ ਨੂੰ ਉਤਾਰਿਆ ਹੈ। ਬੈਠਿਓ ਸਨਮੁਖ ਰਿਸਤੇ ਭਰਿਓ। ਕਹਿਣ ਲੱਗੇ ਮਹਾਰਾਜ ਦੇ ਸਾਹਮਣੇ ਆ ਕੇ ਬਹਿ ਗਿਆ। ਕ੍ਰੋਧ ਦਾ ਭਰਿਆ ਹੋਇਆ, ਗੁੱਸਾ ਅੱਜ ਦਾ, ਗੁੱਸਾ ਉਸ ਦਿਨ ਦਾ ਜਿਸ ਦਿਨ ਦਾ ਲੜਕੀ ਦਾ ਨਾਤਾ ਮੋੜਿਆ ਹੈ। ਕੋਈ 3-4 ਸਾਲ ਦਾ ਸਮਾਂ ਲੱਗ ਗਿਆ ਹੋਣਾ ਇਸ ਚੀਜ਼ ਵਿੱਚ। ਉਦੋਂ ਦੇ ਗੁੱਸਿਆਂ ਦਾ ਭਰਿਆ ਹੋਇਆ, ਇੱਕ ਗੁੱਸਾ ਨਹੀਂ, ਸੁਲਹੀ ਖਾਨ ਮਰਿਆ, ਦੂਜਾ ਸੁਲਭੀ ਖਾਨ ਮਰਿਆ, ਤੀਜਾ, ਬਹੁਤ ਗੁੱਸੇ ਵਿੱਚ ਭਰੇ ਹੋਏ ਸੀ, ਕੋਈ ਥੋੜੇ ਨਹੀਂ, ਬੇਅੰਤ ਗੁੱਸੇ ਸੀ ਉਹਦੇ ਵਿੱਚ। ਲੋਹਾ ਲਾਖਾ ਹੋਇਆ ਮੇਰੇ ਮਾਲਕ, ਇਹ ਜਿੱਥੇ ਲੋਹਾ ਲਾਖਾ ਹੈ ਉੱਥੇ ਦਿੱਤਾ ਗਰੀਬ ਨਵਾਜ਼ ਸ਼ਾਂਤੀ ਦੇ ਸਾਗਰ ਨੇ, ਜਿਨ੍ਹਾਂ ਕੋਲ ਸ਼ਾਂਤੀ ਦੀਆਂ ਕਿਰਨਾਂ ਸਾਹਮਣੇ ਆ ਕੇ ਬੈਠ ਗਿਆ। ਕਹਿਤ ਭਇਓ ਬਚ ਦੁੱਖ ਤੇ ਜਰਿਓ। ਕਹਿਣ ਲੱਗੇ ਦੁੱਖ ਨਾਲ ਸੜਿਆ ਹੋਇਆ, ਮਚਿਆ ਹੋਇਆ, ਮਚੇ ਹੋਏ ਬੋਲ ਮਹਾਰਾਜ ਨੂੰ ਕਹਿਣ ਲੱਗਾ, ਮੋਰ ਸੁਤਾ ਕੀ ਮੋਰ ਸਗਾਈ। ਕਿਉਂਕਿ ਜਿਹੜਾ ਸੜਿਆ ਹੈ ਉਹ ਉਹਦੀਆਂ ਅੱਖਾਂ 'ਚ, ਉਹਦੀ ਜ਼ੁਬਾਨ 'ਚੋਂ ਸਾੜਾ ਹੀ ਨਿਕਲੇਗਾ। ਹਰਿਆਵਲਤਾ ਵਿੱਚੋਂ ਇਹਦੀ ਖੁਸ਼ਬੂ ਮਿਲਣੀ ਹੈ ਨਾ, ਸੁੱਕੇ ਵਿੱਚੋਂ ਥੋੜਾ ਮਿਲਣੀ ਕਦੀ ਖੁਸ਼ਬੂ। ਸੁੱਕੇ ਫੁੱਲ ਵੀ ਖੁਸ਼ਬੂ ਦਿੰਦੇ ਨੇ ਕਦੀ ਨਾ, ਹਰਿਆਵਲਤਾ ਹੀ ਕਿਤੇ ਮੁਲਾਇਮਤਾ ਹੈ। ਜਿੰਨਾ ਚਿਰ ਕੋਈ ਚੀਜ਼ ਹਰੀ ਉਹਨਾਂ ਚਿਰ ਹੀ ਕੋਮਲ ਹੈ ਨਾ। ਸੜਿਆ ਹੋਇਆ ਅੰਦਰੋਂ ਅੱਗ ਕੱਢਣ ਲੱਗਾ ਤੇ ਸੱਚੇ ਪਾਤਸ਼ਾਹ ਦੇ ਸਾਹਮਣੇ ਬਹਿ ਕੇ ਕਹਿੰਦਾ, ਮਹਾਰਾਜ ਦਾ ਨਾਂ ਲਿਆ ਹੋਣਾ ਇਹਨੇ, ਜਿਵੇਂ ਆਪਣੇ ਕੋਈ ਦੁਸ਼ਮਣ ਦਾ ਨਾਂ ਲੈਂਦਾ। ਮੋਰ ਸੁਤਾ ਕੀ ਮੋਰ ਸਗਾਈ। ਮਹਾਰਾਜ ਨੂੰ ਕਹਿੰਦਾ ਮੇਰੀ ਸੁਤਾ ਮੈਨੇ ਧੀ ਦੀ, ਮੋਰ ਮੈਨੇ ਮੋੜ ਕੇ ਸਗਾਈ ਭੇਜਿਆ ਹੋਇਆ। ਕਹਿਣ ਲੱਗੇ ਸ਼ਗਨ ਜਿਹੜਾ ਤੁਸੀਂ ਵਾਪਸ ਕੀਤਾ, ਨਾਤਾ ਜਿਹੜਾ ਤੁਸੀਂ ਤੋੜਿਆ, ਸਗਾਈ ਜਿਹੜੀ ਤੋੜੀ ਹੈ, ਕਿਉਂ ਹੂੰ ਨਾ ਮਾਨੀ ਬਿਨਾ ਅਲਾਈ। ਕਿਉਂ ਹੂੰ ਨਾ ਮਾਨੀ ਬਿਨਾ ਅਲਾਈ। ਮੈਂ ਬਹੁਤ ਵਾਰੀ ਬੇਨਤੀਆਂ ਕੀਤੀਆਂ ਪਰ ਤੁਸੀਂ ਮੇਰੀ ਲੜਕੀ ਦੀ ਦੁਬਾਰਾ ਕਹਿਣ ਲੱਗੇ ਇਹ ਸਗਾਈ ਮਨਜ਼ੂਰ ਨਾ ਕੀਤੀ। ਭੇਜੇ ਦੋਏ ਬਾਰ ਪੁਰ ਲਾਗੀ। ਕਹਿਣ ਲੱਗਾ ਮੈਂ 2 ਵਾਰ ਲਾਗੀ ਭੇਜੇ। ਮੈਂ ਬੇਨਤੀ ਕਰ ਆਇਆ, ਹਜੂਰ ਦੀ ਬਾਣੀ ਦਾ ਬਚਨ ਆਸਾ ਦੀ ਵਾਰ ਦਾ ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ। ਅਸੀਂ ਰੱਬ ਨੂੰ ਜਦੋਂ ਮੱਥਾ ਟੇਕਦੇ ਹਾਂ ਹਉਮੈ ਵਿੱਚ ਹੀ ਕੁਝ ਦਿੰਦੇ ਹਾਂ। ਕਈ ਵਾਰੀ ਤਾਂ ਹੁੰਦਾ ਸਾਡਾ ਕਿਤੇ 2-4 ਰੁਪਈਏ ਕਿਸੇ ਨੂੰ ਦਿਸ ਪੈਣ ਵੀ ਇਹ ਮੱਥਾ ਟੇਕਣ ਲੱਗਾ। ਕਈਆਂ ਦਾ ਸੁਭਾਅ ਹੁੰਦਾ ਉਹਨਾਂ ਨੇ ਇੱਥੇ ਆ ਕੇ ਪਰਸ ਖੋਲ੍ਹਣਾ ਹੁੰਦਾ। ਇੱਥੋਂ ਦੀ ਗੱਲ ਨਹੀਂ, ਮੈਂ ਸਭਨਾਂ ਦੀ ਗੱਲ ਕਰਦਾ। ਕਈਆਂ ਦਾ ਸੁਭਾਅ ਹੁੰਦਾ ਵੀ ਸੰਗਤ ਦੇ ਸਾਹਮਣੇ ਪਰਸ ਖੋਲ੍ਹਣਾ, ਪੈਸੇ ਕੱਢਣੇ ਨੇ, ਵਿਖਾਉਣੇ ਨੇ, ਪਾਉਣੇ ਨੇ। ਤੇ ਸਾਡੇ ਢਾਡੀਆਂ ਨੇ ਆਤੀ ਇੰਨੀ ਪਾਈ ਏ, ਮਾਫੀ ਚਾਹਾਂਗਾ ਮੈਂ ਨਾ ਲੈ ਰਿਹਾ, ਵੀ ਜਿਹੜਾ ਕੋਈ ਮਾਇਆ ਦਿੰਦਾ ਫਿਰ ਉਹਨੂੰ ਚੰਗਾ ਸ਼ਿੰਗਾਰ ਦਿੰਦੇ ਨੇ ਵੀ ਫਲਾਣਾ ਸਿਉਂ ਨੇ ਇੰਨੀ ਮਾਇਆ ਦਿੱਤੀ, ਜਕਾਰੇ ਛੱਡਦੇ ਨੇ। ਫਿਰ ਬਹੁਤ ਡਾਢੇ ਕੇ ਪ੍ਰੋਗਰਾਮ ਸੀ। ਮੈਂ ਹਰਿਆਣੇ ਡਿਊਟੀ ਕਰਦਾ ਸਾਂ ਤਾਂ ਲਖਵਿੰਦਰ ਸਿੰਘ ਸੋਹਲ ਉੱਥੇ ਪ੍ਰੋਗਰਾਮ ਕਰ ਰਿਹਾ ਸੀ। ਮੇਰੇ ਪਿੰਡ ਦੇ ਬੰਦੇ ਗਏ ਹੋਏ ਸੀ। 2 ਗੁਰਦੁਆਰੇ ਸੀ, ਇੱਕ ਮੇਰੇ ਗੁਰਦੁਆਰੇ ਦਾ ਸੈਕਟਰੀ ਸੀ, ਇੱਕ ਉੱਪਰਲੇ ਗੁਰਦੁਆਰੇ ਦਾ। ਮੇਰੇ ਗੁਰਦੁਆਰੇ ਵਾਲੇ ਨੇ 500 ਰੁਪਈਆ ਦਿੱਤਾ, ਪਰਮਜੀਤ ਉਹਦਾ ਨਾਂ ਸੀ, ਢਾਡੀਆਂ ਨੂੰ। ਉਹਦੇ ਸੋਲੇ ਗਾਏ ਤੇ ਦੂਜਾ ਜਿਹੜਾ ਗੁਰਦੁਆਰੇ ਦਾ ਸੈਕਟਰੀ ਸੀ ਉਹਨੇ 1500 ਦਿੱਤਾ, ਲੈ ਵੀ ਆਪਣੇ ਸੋਲੇ ਗਵਾ ਲਾ। ਸੋਲੇ ਗਵਾਉਣ ਲਈ ਬਸ 1500 ਰੁਪਈਆ।
ਊਂ ਤੇ ਕਿਸੇ ਨੂੰ ਪੰਜੀ ਨਹੀਂ ਦੇਣੀ, ਊਂ ਤੇ ਬੜਾ ਔਖਾ ਕੰਮ ਹੈ ਕਿਸੇ ਗਰੀਬ ਨੂੰ ਪੰਜੀ ਦੇ ਦੇ ਸੋਲੇ ਗਾਉਣ ਲਈ। ਤੇ ਉਹ ਸੋਲੇ ਗਾਉਣ 'ਚ ਫਿਰ ਇਹ ਮਹਾਂਪੁਰਖ ਆਪਣੇ ਪੂਰੇ ਬੰਦੇ ਨੂੰ ਇੱਕ ਨਾ ਤਾਂ ਲੈ ਜਾਂਦੇ ਨੇ ਥਾਂ, ਤੇ ਬੰਦੇ ਫੁੱਲੇ ਫੁੱਲੇ ਹੀ। ਫਿਰ ਆਪਣੇ ਪੰਜਾਬ ਦਾ ਤੇ ਇਹੀ ਰਿਵਾਜ ਹੈ ਵੀ ਜਦੋਂ ਫਿਰ 2-4 ਦੇ ਸੋਲੇ ਗਾ ਤੇ ਫਿਰ ਲਿਸਟਾਂ ਬਣ ਜਾਂਦੀਆਂ ਨੇ ਮਾਇਆ ਦੇਣ ਵਾਲੀਆਂ, ਨਾਂ ਲਿਖਾਉਣ ਵਾਲਿਆਂ ਦੀਆਂ, ਫਿਰ ਤੁਰੇ ਆਉਂਦੇ ਨੇ। ਕੀ ਇਹ ਵਿਖਾਵਾ, ਇਹ ਮਨ ਦਾ ਇੱਕ ਅਹੰਕਾਰ ਹੈ। ਮਹਾਰਾਜ ਕਹਿੰਦੇ ਹਉ ਵਿੱਚ ਦਿੱਤਾ ਹਉ ਵਿੱਚ ਲਿਆ। ਇਹ ਹਉ ਵਿੱਚ ਹੀ ਦਿੰਦਾ ਜੋ ਕੋਈ ਦਿੰਦਾ, ਹਉਮੈ ਵਿੱਚ ਹੀ ਦਿੰਦਾ ਜੋ ਕੋਈ ਦਿੰਦਾ। ਵੀ ਕਿਹਨੂੰ ਵਿਖਾਉਣਾ ਹੀ ਦੱਸ, ਉਹਨੂੰ ਕਾਹਨੂੰ ਵਿਖਾਉਣਾ ਹੀ? ਉਹਦੇ ਤੋਂ ਮੰਗਣ ਲੱਗਾ 5 ਦੇ ਕੇ ਪਤਾ ਨਹੀਂ ਕਿੰਨਾ ਕੁਝ ਮੰਗਣਾ। ਵੀ ਜੇ ਕਦੇ ਉਹ ਕਹਿ ਦੇਵੇ ਵੀ ਪਿਓ ਦੇ ਪੁੱਤਰ 5 ਦੇ ਕੇ ਮੰਗਣ ਡਿਆ ਤੂੰ ਵੀਜ਼ਾ ਕੈਨੇਡਾ ਅਮਰੀਕਾ ਦਾ, ਵੀ ਇਹ ਕਿੰਦਾ ਮੇਲ ਹੈ? ਇੱਥੇ ਦੇ ਕੇ 5 ਰੁਪਏ ਕਹਿ ਜੀ ਪੱਕਾ ਕਰ ਦਿਓ, ਮੈਨੂੰ ਸਿਟੀਜ਼ਨ ਬਣਾ ਦਿਓ, ਵੀ ਕਾਹਦਾ ਮੇਲ ਹੈ? 5 ਤੇ ਵਿਖਾਉਣਾ, ਜਿਹੜਾ ਮੰਗਣ ਡਿਆ ਉਹ ਵੀ ਵਿਖਾ ਲਾ ਵੀ ਇਹਦੇ ਬਦਲੇ 'ਚ ਮੰਗਣਾ, ਪਰ ਉਹ ਨਹੀਂ ਵਿਖਾਉਂਦੇ। ਇਹ ਸਾਰਿਆਂ ਦਾ ਆਪਣਾ ਸੁਭਾਅ ਹੈ ਨਾ। ਤੇ ਮਾਲਕ ਹੱਸਦਾ ਹੋਵੇਗਾ ਨਾ ਵੀ ਇਹ ਕਰਦੇ ਕੀ ਨੇ, ਹੈ ਨਾ। ਵੀ ਤਾਈਓ ਮਹਾਰਾਜ ਨੇ ਕਿਹਾ ਵੀ ਇਹ ਮੰਗਣ ਬਹੁਤਾ, ਮੰਗਦੇ ਬਹੁਤਾ ਨੇ, ਦਿੰਦੇ ਥੋੜਾ। ਇਹ ਸੁਭਾਅ ਹੈ, ਪਰ ਇਹ ਸੁਭਾਅ ਚੰਗਾ ਨਹੀਂ ਗਾ। ਇਹ ਹਉਮੈ ਨੂੰ ਪੱਠੇ ਪਾਉਣ ਵਾਲਾ ਆ, ਵਧੀਆ ਨਹੀਂ, ਪਰ ਬਣਿਆ ਹੁੰਦਾ। ਇਹਨੂੰ ਰੋਕੀਏ ਆਪਾਂ ਵੀ ਵਿਖਾਵਾ ਕਰਨਾ, ਮਰਨੀ ਕਾ ਵਿਖਾਵਾ ਨਹੀਂ। ਅਸੀਂ ਹਉ ਵਿੱਚ ਇਹ ਮਹਾਰਾਜ ਕੋਲ ਵੀ ਆਇਆ 2 ਵਾਰੀ, ਇਹਨੇ ਬੰਦੇ ਭੇਜੇ ਤੇ ਹਉਮੈ ਵਿੱਚ ਹੀ ਭੇਜੇ ਨੇ। ਅਸੀਂ ਅਰਦਾਸ ਵੀ ਗੁਰੂ ਅੱਗੇ ਕਰਦੇ ਹਾਂ ਤੇ ਹਉਮੈ ਵਿੱਚ ਹੀ ਕਰਦੇ ਹਾਂ। ਮਹਾਰਾਜ ਇਹ ਕੰਮ ਹੋਣਾ ਚਾਹੀਦਾ, ਨਹੀਂ ਹੋਣਾ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਬੇਨਤੀ ਹੈ, ਤੁਹਾਨੂੰ ਚੰਗਾ ਲੱਗੇ ਤੇ ਕਰ ਦਿਓ। ਉਹਨਾਂ ਨੇ ਇਹ ਨੌਕਰ ਨੂੰ ਕਹਿ ਸਕਨੇ ਆਪਾਂ ਵੀ ਆਹ ਕੰਮ ਹੈ, ਇਹ ਹੋਣਾ ਚਾਹੀਦਾ, ਵੀ ਇੰਨਾ ਕੰਮ ਹੈ ਅੱਜ ਜਾਂ ਸਵੇਰੇ ਹੋਣਾ ਚਾਹੀਦਾ। ਮਾਲਕ ਨੂੰ ਤੇ ਨੌਕਰ ਨੇ ਨਾ ਬੇਨਤੀ ਕਰ ਸਕਦਾ ਜੀ ਅੱਜ ਸਵੇਰੇ ਹੋਣਾ ਚਾਹੀਦਾ, ਨਹੀਂ। ਮਾਲਕ ਅੱਗੇ ਬੇਨਤੀ ਹੈ ਜੀ, ਇੱਛਾ ਜੇ ਤੁਹਾਨੂੰ ਚੰਗਾ ਲੱਗੇ ਤਾਂ ਮਾਲਕ ਨੂੰ ਵੀ ਬੇਨਤੀ ਕਰ ਸਕਨੇ ਆ। ਸੱਚੇ ਪਾਤਸ਼ਾਹ ਦੁੱਧ ਪੁੱਤ ਸੁੱਖਾਂ ਦੀ ਲੋੜ ਹੈ, ਤੁਹਾਨੂੰ ਭਾਜੇ ਤੇ ਚੰਗਾ ਲੱਗੇ, ਆਪ ਜੀ ਕਿਰਪਾ ਕਰ ਦਿਓ। ਇਹ ਨਹੀਂ ਮਹਾਰਾਜ ਦਿਓ ਨਹੀਂ, ਤੁਹਾਨੂੰ ਚੰਗਾ ਲੱਗੇ ਤੇ ਕਿਰਪਾ ਕਰ ਦਿਓ। ਸਾਡੀ ਬੇਨਤੀ ਹੈ, ਤੁਹਾਡੀ ਪ੍ਰਸ਼ੰਸਾ। ਪਰ ਨਾ, ਹੁਣ ਤਾਂ ਇਹ ਸ਼ਰਾਬੀ ਨੂੰ ਵੀ ਇਸ ਤਰ੍ਹਾਂ ਹੀ ਕਹਿੰਦੇ ਆ ਵੀ ਮਹਾਰਾਜ ਇਹ ਸਵਾਸਾਂ ਦੀ ਪੂੰਜੀ ਭੋਗ ਕੇ ਸੱਚੇ ਪਾਤਸ਼ਾਹ ਜੀ ਕਾਲ ਚਲਾਉਣਾ ਕਰ ਗਿਆ ਨੇ, ਕਿਰਪਾ ਕਰੋ, ਇਹਨਾਂ ਚਰਨਾਂ ਦਾ ਨਿਵਾਸ ਬਖਸ਼ੋ। ਸ਼ਰਮ ਆਉਂਦੀ, ਪਤਾ ਸਾਨੂੰ ਹੁੰਦਾ ਵੀ ਚਰਨਾਂ ਦਾ ਨਿਵਾਸ ਐਵੇਂ ਮਿਲ ਜਾਂਦਾ। ਬਾਬੇ ਬੁੱਢੇ ਨੂੰ ਪੁੱਛੋ ਵੀ 112 ਸਾਲ ਲਾਏ ਨੇ ਚਰਨਾਂ 'ਚ ਨਿਵਾਸ ਕਰਨ ਵਾਸਤੇ, 112 ਸਾਲ ਗੁਰੂ ਘਰ ਦੀ ਸੇਵਾ ਕੀਤੀ ਏ, ਫਿਰ ਜਾ ਕੇ ਕਿਹਾ ਜਾ ਸਕਦਾ ਮਹਾਰਾਜ ਚਰਨਾਂ 'ਚ ਨਾ। ਸਾਨੂੰ ਕਹਿਣਾ ਹੀ ਪੈਂਦਾ ਵੀ ਇਹਨੂੰ ਚਰਨਾਂ 'ਚ ਨਿਵਾਸ ਦੇ ਆ ਜੇ ਨਾ। ਇਹ ਸ਼ਬਦ ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਗਿਆ ਹਉ ਵਿੱਚ ਮੂਆ, ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਮਾਰੇ ਕਿ ਹਉ ਦੇ ਵਿੱਚ ਦਿੱਤਾ ਹਉ ਵਿੱਚ ਲਿਆ, ਇਹ ਸਾਰਾ ਕੁਝ ਹਉਮੈ 'ਚ ਹੀ। ਮਹਾਰਾਜ ਨੂੰ ਕਹਿਣ ਲੱਗਾ ਜੀ ਮੈਂ 2 ਵਾਰੀ ਤੁਹਾਡੇ ਕੋਲ ਦੁਬਾਰਾ ਬੰਦੇ ਭੇਜੇ, ਪਰ ਤੁਸਾਂ ਨੇ ਨਹੀਂ ਮੰਨੀ, ਕਿਉਂਕਿ ਉਹ ਬੰਦਿਆਂ ਵਿੱਚ ਵੀ ਤੇ ਹਉਮੈ ਸੀ ਨਾ, ਉਹਨਾਂ ਸ਼ਬਦਾਂ ਵਿੱਚ ਵੀ ਹਉਮੈ ਹੈ। ਅਤ ਚਿੰਤਾ ਚਿਤ ਹਮਰੇ ਲਾਗੀ। ਤੇ ਕਹਿਣ ਲੱਗਾ ਮੈਂ ਉਦੋਂ ਦਾ ਚਿੰਤਤ ਆ ਜਦੋਂ ਦਾ ਮੇਰੇ ਧੀ ਦਾ ਨਾਤਾ ਤੋੜਿਆ ਗਿਆ। ਲੈਨ ਸਾਕ ਤੋਂ ਰਹਿਓ ਕਿਥਾਈ। ਤੇ ਕਹਿਣ ਲੱਗਾ ਵੀ ਮੇਰਾ ਧੀ ਦਾ ਸਾਕ ਲੈਣਾ ਤੇ ਕਿਧਰੋਂ ਦੀ ਗੱਲ ਰਹੀ। 2 ਵਾਰੀ ਕਹਿਣ ਤੇ ਲਾਗੀ, ਭੇਜਣ ਤੇ ਵੀ ਤੁਸੀਂ ਸਾਕ ਤੇ ਮੇਰੀ ਧੀ ਦਾ ਨਹੀਂ ਲਿਆ। ਦਈ ਮੋਹਿ ਕੂਕਰ ਸਮਤਾਈ। ਅੱਗੋਂ ਮੈਨੂੰ ਕੁੱਤਾ ਕਹਿਆ ਗਿਆ, ਕੁੱਤਾ। ਤੁਸਾਂ ਨੇ ਮੈਨੂੰ ਸ਼ਬਦ ਕੁੱਤਾ ਵਰਤਿਆ। ਗੱਲ ਮਹਾਰਾਜ ਨੇ ਨਹੀਂ ਸੀ ਵਰਤਿਆ, ਇਹ ਸਿੱਖਾਂ ਨੇ ਵਰਤਿਆ ਸੀ ਵੀ ਇਹ ਕੁੱਤੇ ਵਾਂਗੂ ਭੌਂਕਦਾ। ਤੇ ਮਹਾਰਾਜ ਸਾਹਿਬ ਕੋਲ ਵੀ ਜਦੋਂ ਸ਼ਬਦ ਆਏ ਤੇ ਇਸ ਤਰ੍ਹਾਂ ਹੀ ਆ ਗਏ। ਤੇ ਮਹਾਰਾਜ ਕਹਿੰਦੇ ਚਲੋ ਜੇ ਸਿੱਖਾਂ ਨੇ ਕੁੱਤਾ ਕਿਹਾ ਤੇ ਅਸੀਂ ਵੀ ਕਹਿਤਾ। ਮਹਾਰਾਜ ਦੇ ਸਾਹਮਣੇ ਬੈਠਾ ਹੈ, ਕਹਿਣ ਲੱਗਾ ਜੀ ਤੁਸਾਂ ਨੇ 2 ਵਾਰੀ ਕਹਿ ਤੇ ਬੰਦੇ ਭੇਜੇ, ਰਿਸ਼ਤਾ ਤੇ ਕੀ ਲੈਣਾ ਸੀ? ਹੁਣ ਵੱਡਾ ਵਜ਼ੀਰ ਹੈ ਜੀ ਦਿੱਲੀ ਦਾ, ਤੇ ਉਹਨੂੰ ਕੁੱਤਾ ਕਹਿ ਦਿਓ ਤੇ ਬੜੀ ਨਮੋਸ਼ੀ ਇੱਕ ਧੀ ਦਾ ਰਿਸ਼ਤਾ ਟੁੱਟ ਗਿਆ। ਕਹਿੰਦਾ ਰਿਸ਼ਤਾ ਤਾਂ ਕੀ ਲੈਣਾ ਸੀ, ਤੁਸਾਂ ਨੇ ਮੈਨੂੰ ਕੁੱਤਾ ਕਹਿ ਕੇ ਪੁਕਾਰਿਆ ਹੈ। ਅਬ ਲਓ ਕਛੂ ਨਾ ਬਿਗੜਿਓ ਸੁਪਨੇ। ਕਹਿਣ ਲੱਗੇ ਅੱਜ ਤਿੱਕਰ, ਉਦੋਂ ਤੋਂ ਲੈ ਕੇ ਹੁਣ ਤਿੱਕਰ ਤੁਹਾਡਾ ਸੁਪਨੇ ਵਿੱਚ ਵੀ ਵਾਲ ਵਿੰਗਾ ਨਹੀਂ ਹੋਇਆ। ਇਹ ਇਹਦੇ ਸ਼ਬਦ ਸਨ।
ਵੀ ਜਦੋਂ ਦਾ ਇਹ ਕੁਝ ਹੋਇਆ, ਸੁਲੀ ਮਰ ਗਿਆ, ਸੁਲਭੀ ਮਰ ਗਿਆ, ਪਤਾ ਨਹੀਂ ਕਿੰਨੇ ਹੋਰ ਮਰ ਗਏ, ਪਰ ਤੁਹਾਡਾ ਸੁਪਨੇ ਵਿੱਚ ਵੀ ਵਾਲ ਵਿੰਗਾ ਨਹੀਂ ਹੋਇਆ ਹੈ। ਨਾਤਾ ਲਿਹੋ ਜਾਹੋ ਘਰ ਆਪਣੇ। ਤੇ ਹੁਣ ਕਹਿਣ ਲੱਗਾ ਜੀ ਬਸ ਇੱਕ ਹੀ ਸ਼ਰਤ ਹੈ, ਨਾਤਾ ਲਿਹੋ ਜਾਹੋ ਘਰ ਆਪਣੇ, ਇੱਕ ਹੀ ਸ਼ਰਤ ਹੈ। ਜਿਸ ਮੁਖ ਨਾਲ, ਜਿਸ ਮੂੰਹ ਨਾਲ ਤੁਸਾਂ ਨੇ ਨਾਤਾ ਤੋੜਿਆ, ਉਸੇ ਮੁਖ ਨਾਲ ਕਹੋ ਨਾਤਾ ਲੈਨੇ ਆ, ਰਿਸ਼ਤਾ ਜੋੜਦੇ ਆ ਤੇ ਤੁਸੀਂ ਸੁੱਖ ਨਾਲ ਘਰੇ ਚਲੇ ਜਾਓਗੇ। ਜਿਵੇਂ ਨਾਤਾ ਤੋੜਿਆ ਹੈ ਉਵੇਂ ਹੀ ਧੀ ਦਾ ਰਿਸ਼ਤਾ ਮਨਜ਼ੂਰ ਕਰ ਲਓ ਤੇ ਚੁੱਪ ਕਰਕੇ ਤੁਸੀਂ ਸੁੱਖ ਦੇ ਨਾਲ ਆਪਣੇ ਘਰੇ ਵਾਪਸ ਚਲੇ ਜਾਓਗੇ। ਨਤ ਕੂਕਰ ਭਾਖਿਓ ਜਿਮ ਜਬੈ। ਤੇ ਜੇ ਤੁਸੀਂ ਰਿਸ਼ਤਾ ਮਨਜ਼ੂਰ ਨਾ ਕੀਤਾ ਮੇਰੀ ਧੀ ਦਾ, ਫਿਰ ਜਿਵੇਂ ਤੁਸੀਂ ਮੈਨੂੰ ਕੁੱਤਾ ਕਿਹਾ ਵੀ ਇਹ ਚੰਦੂ ਕੁੱਤਾ ਹੈ, ਤੇ ਫਿਰ ਕੁੱਤਾ ਜੋ ਕੁਝ ਕਰਦਾ ਹੈ ਫਿਰ ਆਪਾਂ ਉਹੋ ਹੀ ਕਰਾਂਗਾ। ਲਗੋਂ ਗੈਲ ਕੂਕਰ ਹੋਏ ਅਬੈ। ਇਹ ਲਾਹੌਰ ਦਾ ਸ਼ਬਦ ਹੈ, ਗੈਲ ਪਿੱਛੇ ਪਿੱਛੇ ਆਉਣਾ। ਕਹਿਣ ਲੱਗੇ ਜੇ ਤੁਸੀਂ ਮੈਨੂੰ ਕੁੱਤਾ ਕਿਹਾ ਹੈ ਨਾ, ਜਾਂ ਤਾਂ ਨਾਤਾ ਲੈ ਲਓ ਤੇ ਸੁੱਖ ਨਾਲ ਘਰੇ ਚਲੇ ਜਾਓਗੇ, ਨਹੀਂ ਤਾਂ ਫਿਰ ਕੁੱਤਾ ਜਦੋਂ ਗੈਲ ਮੈਨੇ ਪਿੱਛੇ ਲੱਗੇਗਾ, ਫਿਰ ਕੁੱਤਾ ਪਿੱਛਾ ਨਹੀਂ ਛੱਡੇਗਾ। ਆਪਣੇ ਆਪ ਨੂੰ ਕਹਿ ਰਿਹਾ, ਕਹਿਣ ਲੱਗਾ ਫਿਰ ਕੁੱਤੇ ਦਾ ਸੁਭਾਅ ਹੋਵੇ, ਉਹ ਫਿਰ ਪਿੱਛੇ ਤੁਰ ਪੈਂਦਾ, ਫਿਰ ਪਿੱਛੇ ਲੱਗਦਾ, ਪਿੱਛੋਂ ਦੀ ਵਾਰ ਕਰਦਾ। ਫਿਰ ਕਹਿਣ ਲੱਗਾ ਫਿਰ ਮੈਂ ਵੀ ਕੁੱਤੇ ਵਾਂਗੂ ਤੁਹਾਡਾ ਪਿੱਛਾ ਨਹੀਂ ਛੱਡਾਂਗਾ। ਦਿਓ ਜਵਾਬ ਮੈਂ ਕਰੂੰ ਉਪਾਏ। ਤੇ ਕਹਿਣ ਲੱਗਾ ਵੀ ਹੁਣੇ ਜਵਾਬ, ਰਿਸ਼ਤਾ ਕਿ ਫਿਰ ਮੌਤ। ਜਾਂ ਤਾਂ ਰਿਸ਼ਤਾ ਲੈ ਲੋਗੇ ਜ਼ਿੰਦਗੀ ਮਹਿਫੂਜ਼ ਹੈ ਤੇ ਲਾਹੌਰ ਤੋਂ ਅੰਮ੍ਰਿਤਸਰ ਚਲੇ ਜਾਓਗੇ, ਖੁਸ਼ੀਆਂ ਹੋਣਗੀਆਂ, ਇਹਦਾ ਫਿਰ ਮੈਂ ਕੁੱਤਿਆਂ ਵਾਲਾ ਕੰਮ ਕਰਾਂਗਾ, ਜਿੰਨਾ ਚਿਰ ਕੁੱਤਾ ਕਿਸੇ ਦਾ ਵਿਗਾੜਦਾ ਨਹੀਂ, ਪਿੱਛੇ ਨਹੀਂ ਮੁੜਦਾ, ਫਿਰ ਤੇ ਮੈਂ ਤੁਹਾਡੀ ਜ਼ਿੰਦਗੀ ਨੂੰ ਖਤਮ ਹੀ ਕਰਾਂਗਾ। ਇਹ ਦੋ ਹੀ ਸ਼ਰਤਾਂ ਨੇ, ਜਵਾਬ ਦੇਣਾ ਕਰੋ। ਸੌਜ ਵਿਆਹ ਕੀ ਕਹਿ ਤੁਮ ਕਾਏ। ਤੇ ਕਹਿਣ ਲੱਗੇ ਜਾਂ ਤਾਂ ਫਿਰ ਰਿਸ਼ਤਾ ਲਿਓ ਤੇ ਵਿਆਹ ਦਾ ਆਪਾਂ ਤਿਆਰੀ ਕਰੀਏ, ਸੌਜ ਵਿਆਹ ਕੀ ਉਹ ਤੁਮ ਕਾਏ। ਜਾਂ ਤਾਂ ਫਿਰ ਵਿਆਹ ਦੀ ਤਿਆਰੀ, ਜਾਂ ਫਿਰ ਤੁਹਾਡੇ ਮੌਤ ਜਿਹਦਾ, ਜਾਂ ਤੇ ਵਿਆਹ ਦੀ ਸਮੱਗਰੀ ਆਏਗੀ ਜਾਂ ਤੁਹਾਡੀ ਮੌਤ ਦੀ ਸਮੱਗਰੀ ਆਵੇਗੀ। ਨਿਰਭੈ ਬਾਕ ਤਬ ਸਤਗੁਰ ਭਾਖਾ। ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਜਾਂ ਤੇ ਵਿਆਹ ਦੀ ਆਗਿਆ ਦੇ ਦਿਓਗੇ ਤੇ ਫਿਰ ਹੁਣੇ ਹੀ ਵਿਆਹ ਦੀਆਂ ਖੁਸ਼ੀਆਂ ਖੇੜੇ, ਫਿਰ ਤੇ ਸਮੱਗਰੀ ਇਕੱਠੀ ਹੋ ਜੂ। ਜੇ ਨਾਤਾ ਨਹੀਂ ਲਓਗੇ ਤੇ ਫਿਰ ਮੌਤ ਦੀ ਗੱਲ ਹੈ। ਦੋਨਾਂ ਚ ਮਨਜ਼ੂਰ ਕੀ ਹੈ ਤੁਸੀਂ ਦੱਸੋ। ਨਿਰਭੈ ਸਤਿਗੁਰੂ ਭਾਈ ਗੁਰਦਾਸ ਜੀ ਨੇ ਵੀ ਕਿਹਾ ਵੀ ਸਤਿਗੁਰੂ ਦਾ ਸਰੂਪ ਹੈ, ਜਿੱਥੇ ਉਹ ਨਿਰਵੈਰ ਹੈ ਪੂਰਾ ਸਤਿਗੁਰੂ, ਉੱਥੇ ਨਿਰਭੈ ਵੀ ਹੈ। ਤੇ ਗੁਰੂ ਦਾ ਸਰੂਪ ਹੀ ਨਿਰਭੈਤਾ ਵਾਲਾ ਹੈ, ਕਿਉਂਕਿ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਨਾ ਵੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਤੇ ਨਿਰਵੈਰ, ਉਹ ਨਿਰਵੈਰ ਤੇ ਨਿਰਭਉ ਦੋਨੇ ਚੀਜ਼ਾਂ ਇੱਕ ਕੋਲ ਹੀ ਹੁੰਦੀਆਂ ਨੇ। ਜਿਹੜਾ ਨਿਰਵੈਰ ਹੈ ਉਹ ਨਿਰਭਉ ਵੀ ਹੋਵੇਗਾ, ਜਿਹੜਾ ਨਿਰਭਉ ਹੈ ਉਹ ਨਿਰਵੈਰ ਵੀ ਹੋਵੇਗਾ। ਇੱਕ ਚੀਜ਼ ਇਕੱਠੀ ਨਹੀਂ ਆਉਂਦੀ ਕਿਸੇ ਕੋਲ। ਜਿੰਦੇ ਕੋਲ ਖੁਸ਼ੀਆਂ ਆਉਂਦੀਆਂ ਨੇ ਉਹਦੇ ਕੋਲ ਆਨੰਦ ਖੇੜਾ ਵੀ ਆਉਂਦਾ ਹੈ, ਜਿੰਦੇ ਕੋਲ ਕਿਤੇ ਦੁੱਖ ਤੇ ਗਮ ਆਉਂਦੇ ਨੇ ਉੱਥੇ ਜ਼ਿੰਦਗੀ ਦਾ ਫਿਰ ਘਾਟਾ ਵੀ ਆਉਂਦਾ। ਇਸ ਕਰਕੇ ਸਤਿਗੁਰੂ ਨਿਰਭੈ ਨੇ, ਜਿਹੜੇ ਆਪ ਨਿਰਭੈਤਾ ਦੀ ਦਾਤ ਦੇਣ ਵਾਲੇ। ਹਜੂਰ ਬਚਨ ਕਰਨ ਲੱਗੇ ਹਨ ਜੀ। ਸੁਤਾ ਦੇਨ ਕੀ ਕਿਮ ਅਭਿਲਾਖਾ। ਮਹਾਰਾਜ ਕਹਿੰਦੇ ਚੰਦੂ ਤੇਰੇ ਮਨ ਵਿੱਚ ਅਜੇ ਵੀ ਇਹ ਭੁਲਾਖਾ ਹੈ, ਤੇਰੇ ਮਨ ਵਿੱਚ ਅਜੇ ਵੀ ਇੱਛਾ, ਇੰਨਾ ਕੁਝ ਹੋ ਗਿਆ ਅਜੇ ਵੀ ਤੂੰ ਭਾਵਨਾ ਰੱਖਣਾ ਹੈ ਕਿ ਤੇਰੀ ਲੜਕੀ ਦਾ ਰਿਸ਼ਤਾ ਅਸੀਂ ਲੈ ਲਾਂਗੇ। ਤੂੰ ਉੱਚੀ ਕੁਲ ਐ ਚੁਬਾਰਾ। ਮਹਾਰਾਜ ਕਹਿੰਦੇ ਤੇਰੇ ਸ਼ਬਦ ਸਨ, ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ ਚੁਬਾਰਾ ਸਮਝਿਆ ਸੀ ਜਦੋਂ ਤੂੰ ਇਹ ਗੱਲਾਂ ਕੀਤੀਆਂ ਸਨ। ਹਮਕੋ ਮੋਰੀ ਸਰਸ ਉਚਾਰਾ। ਤੇ ਸਾਨੂੰ ਤੁਸਾਂ ਨੇ ਮੋਰੀ ਕਿਹਾ ਸੀ। ਮੈਂ ਤਾਂ ਚੁਬਾਰਾ ਹਾਂ ਤੇ ਗੁਰੂ ਨਾਨਕ ਦਾ ਘਰ ਮੋਰੀ ਹੈ, ਛੋਟਾ ਜਿਹਾ ਹੈ। ਮੋਰੀ ਮੇਲ ਸੋ ਮੋਰੀ ਧਾਰਾ। ਮਹਾਰਾਜ ਕਹਿੰਦੇ ਗਰੀਬਾਂ ਦਾ ਮੋਰੀ, ਮੈਨੇ ਗਰੀਬਾਂ ਦਾ ਮੇਲ ਹਮੇਸ਼ਾ ਗਰੀਬਾਂ ਨਾਲ ਹੁੰਦਾ ਹੈ। ਮਿਲੇ ਚੁਬਾਰੇ ਸੰਗ ਚੁਬਾਰਾ। ਮਹਾਰਾਜ ਕਹਿੰਦੇ ਚੁਬਾਰੇ ਨਾਲ ਚੁਬਾਰਾ ਮਿਲਦਾ। ਚੰਦੂ ਚੇਤੇ ਰੱਖੀ,
ਗਰੀਬ ਨਾਲ ਗਰੀਬ ਦਾ ਮੇਲ ਏ ਤੇ ਅਮੀਰ ਨਾਲ ਅਮੀਰ ਦਾ ਮੇਲ ਹੈ। ਜੇ ਤੂੰ ਹੰਕਾਰੀ ਏ ਚੁਬਾਰੇ ਵਾਲਾ ਤੇ ਤੇਰਾ ਮੇਲ ਚੁਬਾਰੇ ਵਾਲੇ ਤੇ ਹੰਕਾਰੀਆਂ ਨਾਲ ਏ। ਇਹ ਸਾਡਾ ਗੁਰੂ ਨਾਨਕ ਦਾ ਕਰਨ ਨਿਮਰਤਾ ਪਿਆਰ ਪ੍ਰੇਮ ਤੇ ਗਰੀਬੀ ਗਦਾ ਵਾਲਾ ਏ। ਸਾਡਾ ਮੇਲ ਇਹਨਾਂ ਨਾਲ ਹੈ। ਤਬ ਭੀ ਕਹਿਓ ਅਭੈ ਭੀ ਕਹੈ। ਕਹਿੰਦੇ ਅਸੀਂ ਉਦੋਂ ਵੀ ਕਿਹਾ ਸੀ, ਅੱਜ ਵੀ ਕਹਿੰਨੇ ਆ। ਸਮ ਸੋ ਮਿਲਨ ਭਲੋ ਸਭ ਲਹੈ। ਤੇ ਜੇ ਬਰਾਬਰ ਦਾ ਗਰੀਬ ਨਾਲ ਗਰੀਬ ਹੰਕਾਰੀ ਨਾ ਹੰਕਾਰੀ ਮਿਲੇ ਤੇ ਠੀਕ ਹੈ। ਅੰਤਰ ਬਹੁਤ ਹਮਾਰ ਤੁਮਾਰਾ। ਕਹਿੰਦੇ ਤੇਰਾ ਤੇ ਸਾਡਾ ਚੰਦੂ ਬੜਾ ਹੀ ਅੰਤਰ ਹੈ, ਬੜਾ ਫਰਕ ਹੈ। ਤੂੰ ਬੜਾ ਉੱਚਾ ਚੁਬਾਰਾ, ਅਸੀਂ ਤੇ ਬੜੇ ਨੀਵੇਂ ਆ, ਬੜੇ ਗਰੀਬ ਹਾਂ। ਕਿਤ ਮੋਰੀ ਕਿਤ ਹੋਏ ਚੁਬਾਰਾ। ਕਿਧਰੋਂ ਮਿਉਰੀ ਕਿਧਰ ਚੁਬਾਰਾ, ਇਹ ਗੱਲ ਬਣਦੀ ਨਹੀਂ। ਸਮਾਂ ਸਮਾਪਤ ਤੇ ਭੁੱਲ ਚੁੱਕ ਦੀ ਮਾਫੀ ਬਖਸ਼ਿਸ਼। ਇੱਕ ਵਰਨਾ ਪੜ੍ਹ ਦਿਓ ਜੀ। ਫਿਰ ਕਹਿਓ ਨਾ ਕੂਕਰ ਜੇ ਤੈ ਲਹਿਓ। ਮਹਾਰਾਜ ਕਹਿੰਦੇ ਅਸੀਂ ਕੁੱਤਾ ਨਹੀਂ ਸੀ ਤੈਨੂੰ ਕਿਹਾ। ਜੇ ਤੂੰ ਇਹ ਜਾਣਨਾ ਹੈ ਵੀ ਤੈਨੂੰ ਕੁੱਤਾ ਕਿਹਾ ਹੈ। ਜੇ ਨਾ ਕਹਿਓ ਤਾਂ ਭੀ ਅਬ ਕਹਿਓ। ਮਹਾਰਾਜ ਕਹਿੰਦੇ ਅਸੀਂ ਤੈਨੂੰ ਸ਼ਬਦ ਕੁੱਤਾ ਨਹੀਂ ਸੀ ਵਰਤਿਆ, ਪਰ ਜੇ ਤੂੰ ਅੱਜ ਕਹਿਣਾ ਵੀ ਮੈਨੂੰ ਕੁੱਤਾ ਕਿਹਾ ਤੇ ਸਤਿਗੁਰੂ ਕਹਿੰਦੇ ਚਲੋ ਫਿਰ ਕਹਿ ਲੈ ਵੀ ਅੱਜ ਤੂੰ ਕੁੱਤਾ ਸਾਡੇ ਮੁਖੋਂ ਹੀ ਖਵਾਲਿਆ। ਸਿੱਖ ਨੇ ਕਹਿਓ ਹਮੋ ਕਹਿ ਤਦਾ। ਦੇਖੋ ਮਹਾਰਾਜ ਕਹਿਣ ਲੱਗੇ ਜੇ ਸਿੱਖ ਨੇ ਕੁੱਤਾ ਕਹਿਤਾ ਨਾ ਚੰਦੂਆ ਤੂੰ ਚੇਤੇ ਰੱਖ, ਸਿੱਖ ਦਾ ਮੁਖ ਸਾਡਾ ਹੀ ਬੋਲ ਹੁੰਦਾ ਹੈ। ਭਾਈ ਕਟੂ ਸ਼ਾਇਦ ਮੰਗੇਗਾ, ਅੱਗੇ ਸੁਣਾਂਗੇ। ਕਸ਼ਮੀਰ ਤੇ ਸੰਗਤ ਜਦੋਂ ਰਾਤ ਰਹੀ ਤੇ ਨੇ ਕਿਹਾ ਜੀ ਮੈਨੂੰ ਸ਼ਾਇਦ ਚਾਹੀਦਾ। ਕਹਿੰਦੇ ਨਾ ਭੋਗ ਲਾਏਗਾ ਗੁਰੂ। ਲੈ ਗਿਆ ਤੇ ਗੁਰੂ ਕੋਲ ਭੋਗ ਲਾਉਣ ਲੱਗੇ ਤੇ ਕੀੜੇ ਵਿੱਚ ਉਹ ਸ਼ਹਿਦ ਵਾਲੇ ਕਹਿੰਦੇ ਮਹਾਰਾਜ ਬੜਾ ਸੋਹਣਾ ਸੀ, ਭੋਗ ਲਾਓ। ਮਹਾਰਾਜ ਕਹਿੰਦੇ ਰਾਤੀ ਭੋਗ ਲਈ ਤੇ ਮੰਗਿਆ ਸੀ, ਕੱਟੂ ਨਹੀਂ ਸੀ ਮੰਗ ਰਿਹਾ, ਅਸੀਂ ਮੰਗ ਰਹੇ ਸੀ। ਮਹਾਰਾਜ ਕਹਿੰਦੇ ਸਿੱਖ ਦਾ ਮੁੱਖ ਸਾਡੇ ਬੋਲ ਸਨ। ਜੇ ਚੰਦੂ ਸਿੱਖਾਂ ਨੇ ਕਿਹਾ ਤੇ ਸਮਝ ਲਓ ਗੁਰੂ ਹੀ ਬੋਲ ਰਿਹਾ ਹੈ। ਸਿੱਖ ਹਮ ਏਕ ਰੂਪ ਹੈ ਸਦਾ। ਮਹਾਰਾਜ ਕਹਿੰਦੇ ਅਸੀਂ ਤੇ ਸਿੱਖ ਸਦਾ ਹੀ ਇੱਕ ਰੂਪ ਹੈ। ਇਸੇ ਲਈ ਗੁਰੂ ਕਲਗੀਧਰ ਨੇ ਕਿਹਾ ਸੀ ਇਹ ਖਾਲਸਾ ਮੇਰੋ ਰੂਪ ਹੈ ਖਾਸ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਚੰਦੂ ਮਤਾਂ ਸਮਝੀ, ਸਿੱਖ ਤੇ ਸਾਡੇ ਵਿੱਚ ਕੋਈ ਫਰਕ ਨਹੀਂ, ਇੱਕ ਹੀ ਰੂਪ ਹਾਂ ਸੀ, ਸਾਡਾ ਇੱਕ ਹੀ ਸਭ ਕੁਝ ਹੈ। ਸੁਨ ਮਨ ਜਰਿਓ ਜਰਿਓ ਨਹਿ ਬੈਨ। ਅੱਗੇ ਹਜੂਰ ਦੇ ਇਹ ਬੋਲ ਸੁਣ ਕੇ ਜਰੇ ਨਹੀਂ ਗਏ, ਸੜ ਗਿਆ ਹੈ ਜੀ। ਕਰੂਰ ਪਸਾਰੇ ਲਾਲ ਜੇ ਨੈਣ। ਲੱਗੇ ਅੱਖਾਂ ਇਹਦੀਆਂ ਲਾਲ ਸੂਈਆਂ ਹੋ ਗਈਆਂ। ਨਿਕਟ ਬੁਲਾਵੇ ਆਪਨ ਸਿਪਾਹੀ। ਆਪਣੇ ਕੋਲ ਸਿਪਾਹੀਆਂ ਨੂੰ ਬੁਲਾਇਆ ਹੈ। ਜਲ ਭੋਜਨ ਪਹੁੰਚਣ ਦਿਓ ਨਾਹੀ। ਰੋਕ ਦਿੱਤਾ ਮਹਾਰਾਜ ਨੂੰ, ਜਲ ਪਾਣੀ ਭੋਜਨ ਪਾਣੀ ਨਹੀਂ ਦੇਣਾ। ਇਹ ਸਿਪਾਹੀਆਂ ਨੂੰ ਚੰਦੂ ਨੇ ਹੁਕਮ ਲਾਇਆ ਵੀ ਸੱਚੇ ਪਾਤਸ਼ਾਹ ਨੂੰ ਕੁਝ ਵੀ ਨਹੀਂ ਦੇਣਾ। ਜੇਠ ਦਾ ਮਹੀਨਾ ਹੈ, ਅੱਤ ਦੀ ਗਰਮੀ ਹੈ, ਵੀ ਨਾ ਰੋਟੀ ਨਾ ਪਾਣੀ, ਕੁਝ ਵੀ ਨਹੀਂ ਦੇਣਾ। ਬਾਕੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਦਇਆ ਕਰੇ, ਪਿਆਰ ਭਾਵਨਾ ਸ਼ਰਧਾ ਦੀ ਤਾਲ ਸਤਿਗੁਰੂ ਬਖਸ਼ਣ। ਸਾਡੇ ਸਤਿਕਾਰਯੋਗ ਮਤ ਜੀ ਤੰਤਰ ਮਾਤਾ ਸਭ ਕੁਝ ਸਾਨੂੰ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਦੇ ਰਹਿਣ। ਸਤਿਗੁਰੂ ਭਲਾ ਕਰਨ, ਭੁੱਲਾਂ ਬੇਅੰਤ ਹੋ ਜਾਣੀਆਂ ਸੁਭਾਵਿਕ ਨੇ ਆਪਣੇ ਮਾਫੀ ਬਖਸ਼ਣੀ ਜੀ। ਅਰਦਾਸ ਕਰਿਓ ਜੋ ਕਹਿਣਾ ਹਾਂ ਕਮਾ ਸਕਾਂ। ਗੁਰੂ ਚਰਨਾਂ ਦਾ ਪਿਆਰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸ਼ਰਧਾ ਸਤਿਪੁਰਖਾਂ ਦਾ ਪਿਆਰ ਬਣਿਆ ਰਹੇ। ਅਸੀਸਾਂ ਦੇਣੀਆਂ ਜੀ। ਆਖਿਰਲੀਆਂ ਪੰਕਤੀਆਂ ਪੜ੍ਹ ਸਮਾਪਤੀ ਕਰਦੇ। ਨਿਕਟ ਬੁਲਾਵੇ ਆਪਨ ਸਿਪਾਹੀ। ਜਲ ਭੋਜਨ ਪਹੁੰਚਣ ਦਿਓ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।